ਮਾਹਿਰਾਂ ਮੁਤਾਬਕ ਐਤਕੀ ਅਲਬਰਟਾ ਜੋ ਹੈ ਆਪਣਾ 4 ਦਹਾਕੇ ਪੁਰਾਣਾ ਮੀਜ਼ਲਸ ਦੇ ਕੇਸਾਂ ਦਾ ਰਿਕਾਰਡ ਜੋ ਹੈ ਉਹ ਤੋੜ ਸਕਦਾ ਜੀ। ਇਸ ਗੱਲ ਦੀ ਪੂਰੀ ਸੰਭਾਵਨਾ ਹੈ। ਸੋਮਵਾਰ ਨੂੰ ਸੂਬੇ ਦੇ ਵਿੱਚ ਮੀਜ਼ਲਸ ਦੇ ਕੇਸ ਵੱਧ ਕੇ 809 ਤੇ ਪਹੁੰਚ ਗਏ। ਚਿੰਤਾ ਵਾਲੀ ਗੱਲ ਇਹ ਹੈ ਵੀ ਹੁਣ ਤੱਕ ਤਾਂ ਜਿੰਨੀਆਂ ਵੀ ਸਾਡੇ ਨਾਲ ਰਿਪੋਰਟ ਸਾਂਝੀਆਂ ਕੀਤੀਆਂ ਨੇ ਜਾਂ ਅਪਡੇਟਸ ਦਿੰਦੇ ਰਹੇ ਹਾਂ ਇਸ ਮੀਜ਼ਲਸ ਦੇ ਰਿਗਾਰਡਿੰਗ ਬਿਮਾਰੀ ਵੀ ਕਿਵੇਂ ਫੈਲ ਰਹੀ ਹੈ, ਵੀ ਕਿਹੜੇ ਜ਼ੋਨ 'ਚ ਫੈਲ ਰਹੀ ਹੈ, ਤਾਂ ਸਾਊਥ ਜ਼ੋਨ ਹੀ ਡੋਮੀਨੇਟ ਕਰਦਾ ਰਿਹਾ ਹੈਗਾ। 809 ਵਿੱਚੋਂ 71% ਕੇਸਿਸ ਸਾਊਥ ਜ਼ੋਨ 'ਚੋਂ ਨੇ, ਬਟ ਹੁਣ ਨਾਰਥ ਜ਼ੋਨ ਦੇ ਵਿੱਚ ਵੀ ਕੇਸਿਸ ਵੱਧ ਰਹੇ ਨੇਗੇ। 31 ਨਵੇਂ ਕੇਸ ਜਿਹੜੇ ਹੈ ਐਡ ਹੋ ਚੁੱਕੇ ਨੇ ਨਾਰਥ ਜ਼ੋਨ ਦੇ ਵਿੱਚ। ਸੈਂਟਰਲ ਜ਼ੋਨ ਦੇ ਵਿੱਚ 1 ਨਵਾਂ ਕੇਸ ਆਇਆ ਹੈਗਾ ਅਤੇ ਸਾਊਥ ਜ਼ੋਨ ਦੇ ਵਿੱਚ 18 ਨਵੇਂ ਕੇਸ ਐਡ ਹੋਏ ਨੇਗੇ। ਕੈਲਗਰੀ ਦੇ ਵਿੱਚ ਟੋਟਲ ਜੋ ਨੇ 14 ਕੇਸਿਸ ਹੁਣ ਤੱਕ ਆਏ ਨੇਗੇ। ਜੇ 14 ਨੇ, ਤੁਸੀਂ ਜੋ ਐਕਸਪਰਟਸ ਕਹਿੰਦੇ ਨੇ ਜੇ 14 ਔਫੀਸ਼ੀਅਲ ਕਾਊਂਟ ਹੈਗਾ ਤਾਂ ਤੁਸੀਂ ਤਕਰੀਬਨ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜਾ ਫਿਗਰ ਹੈ ਉਹ 20 ਤੋਂ ਪਾਰ ਹੋਊਗਾ। ਤਾਂ ਇਹ ਸਭ ਕੁਛ ਇਹ ਜਿਹੜਾ ਸਾਰਾ ਪੈਟਰਨ ਚੱਲ ਰਿਹਾ ਵੀ ਜਿਵੇਂ ਕੇਸ ਵੱਧ ਰਹੇ ਨੇਗੇ, ਇਹ ਉਹਨਾਂ ਲਈ ਬਹੁਤ ਜ਼ਿਆਦਾ ਵੱਡਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈਗਾ। ਅਤੇ 5 ਲੋਕ ਹੁਣ ਤੱਕ ਮੀਜ਼ਲਸ ਦੀ ਬਿਮਾਰੀ ਕਰਕੇ ਹਸਪਤਾਲ ਵਿੱਚ ਦਾਖਲ ਹੋਏ ਨੇਗੇ। ਹਾਲਾਂਕਿ ਰੇਅਰ ਕੇਸਿਸ ਦੇ ਵਿੱਚ ਹੁੰਦਾ ਹੈਗਾ, ਬਟ ਜਦੋਂ ਕਿਤੇ ਕੰਪਲੀਕੇਸ਼ਨਸ ਆ ਜਾਣ ਫਿਰ ਹਸਪਤਾਲ ਲੈ ਕੇ ਗਏ ਨੇ ਲੋਕਾਂ ਨੂੰ 5 ਨੂੰ। ਅਤੇ 1986 ਦੇ ਵਿੱਚ ਅਲਬਰਟਾ 'ਚ 800 ਤੋਂ ਵੱਧ ਕੇਸ ਰਿਕਾਰਡ ਕੀਤੇ ਗਏ ਸੀਗੇ। ਉਦੋਂ 843 ਦਾ ਫਿਗਰ ਸੀਗਾ ਅਤੇ ਅਸੀਂ ਸਿਰਫ ਜਿਹੜਾ ਆਲ ਟਾਈਮ ਹਾਈ ਹੈਗਾ 1970 ਵਾਲਾ, ਉਹ ਤੋਂ ਸਿਰਫ 100 ਕੇਸ ਦੂਰ ਹੈਗੇ ਆ ਜੀ। ਅਤੇ ਜੋ ਐਕਸਪਰਟਸ ਫਿਕਰ ਕਰ ਰਹੇ ਨੇ ਉਹਦੇ ਵਿੱਚ ਸਭ ਤੋਂ ਵੱਡੀ ਚਿੰਤਾ ਇਹ ਹੈ ਵੀ ਹੁਣ ਸਮਰ ਆ ਗਈ ਹੈ ਅਤੇ ਇਹ ਇੱਕ ਟਰੈਵਲ ਸੀਜ਼ਨ ਸ਼ੁਰੂ ਹੋ ਗਿਆ ਹੈਗਾ। ਬਹੁਤ ਸਾਰੇ ਲੋਕ ਬਾਹਰੋਂ ਕੈਲਗਰੀ ਦੇ ਵਿੱਚ ਆਉਣਗੇ ਅਤੇ ਕੈਲਗੇਰੀਅਨਸ ਵੀ ਬਾਹਰ ਜਾਣਗੇ। ਬਹੁਤ ਵਾਰੀ ਲੋਕਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹ ਇਨਫੈਕਟਡ ਨੇ ਇਸ ਬਿਮਾਰੀ ਦੇ ਨਾਲ, ਅਤੇ ਬਹੁਤ ਸਾਰੇ ਜਿਹੜੇ ਟਰੈਵਲਰਸ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਕਿਹੜੇ ਏਰੀਏ ਆ ਸਾਨੂੰ ਅਵੋਇਡ ਕਰਨੇ ਚਾਹੀਦੇ ਆ ਕਿਉਂਕਿ ਇੱਥੇ ਬਿਮਾਰੀ ਫੈਲੀ ਹੋਈ ਹੈਗੀ ਹੈ। ਤਾਂ ਉਹ ਕਹਿੰਦੇ ਵੀ ਇਹਦੇ ਨਾਲ ਜੋ ਹੈ ਸਪਰੈਡ ਜੋ ਹੈ ਬਿਮਾਰੀ ਦਾ ਫੈਲਾਅ ਹੈ ਉਹ ਹੋਰ ਵੀ ਜ਼ਿਆਦਾ ਫੈਲ ਸਕਦਾ। ਤਾਂ ਇਸ ਚੀਜ਼ ਦਾ ਸਾਰੇ ਜਾਣਿਆਂ ਨੂੰ ਖਿਆਲ ਰੱਖਣ ਦੀ ਲੋੜ ਹੈ, ਖਾਸ ਤੌਰ 'ਤੇ ਮਾਪਿਆਂ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਕੇਸਿਸ ਬੱਚਿਆਂ ਦੇ ਵਿੱਚ ਪਾਏ ਜਾ ਰਹੇ ਨੇ ਜੀ। 18 ਸਾਲ ਦੀ ਉਮਰ ਤੋਂ ਘੱਟ ਜਿਨ੍ਹਾਂ ਦੀ ਬੱਚਿਆਂ ਦੀ ਉਮਰ ਹੈਗੀ ਹੈ ਉਹ ਸਭ ਤੋਂ ਵੱਧ ਇਨਫੈਕਟ ਹੋ ਰਹੇ ਨੇਗੇ। ਹੁਣ ਤੱਕ 376 ਕੇਸਿਸ 809 ਵਿੱਚੋਂ ਅਜਿਹੇ ਨੇ ਜਿਹਦੇ ਵਿੱਚ ਬੱਚਿਆਂ ਦੀ ਉਮਰ 17 ਸਾਲ ਤੋਂ ਘੱਟ ਹੈ ਅਤੇ ਉਹ ਮੀਜ਼ਲਸ ਨਾਲ ਇਨਫੈਕਟ ਹੋਏ ਨੇਗੇ। ਅਤੇ ਨਿਆਣੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ ਉਹਨਾਂ ਦਾ ਨੰਬਰ ਹੈ 233। ਤਾਂ ਇਸ ਕਰਕੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈਗੀ ਹੈ। ਅਤੇ ਬਾਕੀ ਲਗਾਤਾਰ ਜਿਹੜੇ ਸਾਰੇ ਐਕਸਪਰਟਸ ਨੇ ਉਹ ਇਹੀ ਗੱਲ ਕਰ ਰਹੇ ਨੇ ਕਿ ਵੈਕਸੀਨੇਸ਼ਨ ਜ਼ਰੂਰ ਲਵਾਓ। 1970 ਤੋਂ ਬਾਅਦ ਜਿਹਨਾਂ ਜਨਮ ਹੋਇਆ ਹੈਗਾ, ਜੇ ਤੁਹਾਡੇ 2 ਡਾਕੂਮੈਂਟਡ ਵੈਕਸੀਨਸ ਨਹੀਂ ਲੱਗੀਆਂ ਹੋਈਆਂ, ਆਪਦਾ ਰਿਕਾਰਡ ਚੈੱਕ ਕਰੋ। ਜੇ ਨਹੀਂ ਲੱਗੀਆਂ ਹੋਈਆਂ ਤਾਂ ਲਵਾ ਲਓ, ਅਦਰਵਾਈਜ਼ ਤੁਹਾਨੂੰ ਇਨਫੈਕਟ ਹੋਣ ਦਾ ਜਿਹੜਾ ਖਤਰਾ ਹੈ ਉਹ ਕਾਫੀ ਜ਼ਿਆਦਾ ਹੈ। ਕੈਲਗਰੀ BMO ਸੈਂਟਰ 'ਚ ਗਲੋਬਲ ਐਨਰਜੀ ਸ਼ੋਅ ਅੱਜ ਤੋਂ ਸ਼ੁਰੂ ਹੋ ਰਿਹਾ ਜੀ। 30,000 ਤੋਂ ਵੱਧ ਲੋਕ ਇੱਥੇ ਆ ਰਹੇ ਨੇਗੇ। ਅਤੇ ਹੈਥਮ ਐਲ ਗਾਹਿਸ ਸੈਕਟਰੀ ਜਨਰਲ ਨੇ ਜੀ ਆਰਗੇਨਾਈਜੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼, ਇਹ ਇੱਥੇ ਕੀ ਨੋਟ ਸਪੀਕਰ ਨੇ। ਓਵਰਆਲ 350 ਤੋਂ ਵੱਧ ਸਪੀਕਰ ਇਸ ਐਨਰਜੀ ਸ਼ੋਅ ਦਾ ਹਿੱਸਾ ਬਣਨਗੇ, ਜਿਹਦੇ ਵਿੱਚ ਬਹੁਤ ਸਾਰੇ ਸਪੀਕਰ ਜੋ ਨੇ ਪ੍ਰਾਈਵੇਟ ਸੈਕਟਰ ਤੋਂ ਵੀ ਨੇ ਅਤੇ ਐਟ ਦ ਸੇਮ ਟਾਈਮ ਬਹੁਤ ਸਾਰੇ ਇਲੈਕਟਿਡ ਆਫੀਸ਼ੀਅਲਸ ਵੀ ਨੇ। ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਜੋ ਹੋਵੇਗਾ ਕਿ ਕੈਨੇਡਾ ਦਾ ਐਨਰਜੀ ਫਿਊਚਰ ਕੀ ਹੈ, ਅਗਲੇ 5 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ, ਕਿਸ ਤਰ੍ਹਾਂ ਦੀ ਪੋਲਿਸੀਜ਼ ਆਉਣੀਆਂ ਚਾਹੀਦੀਆਂ ਨੇ ਅਤੇ ਓਵਰਆਲ ਪਲਾਨ ਕੀ ਹੈ ਐਨਰਜੀ ਦੇ ਰਿਗਾਰਡਿੰਗ। PM ਮਾਰਕ ਕਾਰਨੀ ਨੇ ਡਿਊਰਿੰਗ ਹਿਜ਼ ਇਲੈਕਸ਼ਨ ਕੈਂਪੇਨ ਇਹ ਗੱਲ ਆਖੀ ਸੀਗੀ ਵੀ ਉਹ ਕੈਨੇਡਾ ਨੂੰ ਐਨਰਜੀ ਸੁਪਰ ਪਾਵਰ ਬਣਾਉਣਗੇ। ਤਾਂ ਜੋ ਉਹਨਾਂ ਦੇ ਇਹ ਅਪਰੋਚ ਹੈ ਜਾਂ ਜੋ ਉਹਨਾਂ ਨੇ ਇਹ ਬਿਆਨ ਦਿੱਤੇ ਹੋਏ ਨੇ ਉਸ ਤੋਂ ਸਾਰੇ ਜਾਣੇ ਜੋ ਵੀ ਇਸ ਐਨਰਜੀ ਸ਼ੋਅ ਦਾ ਹਿੱਸਾ ਬਣ ਰਹੇ ਨੇਗੇ, ਵੱਖ-ਵੱਖ ਕੰਟਰੀਜ਼ ਤੋਂ ਡੈਲੀਗੇਸ਼ਨ ਆ ਰਹੀ ਹੈ, ਉਹ ਬਹੁਤ ਜ਼ਿਆਦਾ ਉਤਸ਼ਾਹਿਤ ਨੇ। ਉਹਨਾਂ ਦੇ ਹੌਸਲੇ ਬੁਲੰਦ ਨੇ ਕਿ ਵੱਡੀਆਂ ਡੀਲਸ ਹੋ ਸਕਦੀਆਂ ਨੇ। ਇੱਕ ਉਹਨਾਂ ਨੂੰ ਓਪਰਚੁਨਿਟੀ ਦਿਸ ਰਹੀ ਹੈ ਵੀ ਜੇ ਪ੍ਰਾਈਮ ਮਿਨਿਸਟਰ ਦੀ ਅਪਰੋਚ ਇਹ ਹੈਗੀ ਹੈ ਤਾਂ ਅਸੀਂ ਵੀ ਜੋ ਹੈ ਵਧੀਆ ਡੀਲਸ ਕਰ ਸਕਦੇ ਹੈਗੇ ਹਾਂ। ਅਤੇ ਇਹਦੇ ਨਾਲ ਸਪੈਸ਼ਲੀ ਅਲਬਰਟਾ ਨੂੰ ਬਹੁਤ ਫਾਇਦਾ ਹੋਣਾ ਹੈਗਾ, ਕਿਉਂਕਿ ਜੇ ਐਨਰਜੀ ਸੁਪਰ ਪਾਵਰ ਬਣਾਉਣਾ ਕੈਨੇਡਾ ਨੂੰ, ਉਹਦੇ ਵਿੱਚ ਅਲਬਰਟਾ ਦਾ ਬਹੁਤ ਵੱਡਾ ਅਤੇ ਅਹਿਮ ਰੋਲ ਰਹਿਣ ਵਾਲਾ ਹੈ। ਬਟ ਐਟ ਦ ਸੇਮ ਟਾਈਮ ਅਮੈਂਡਾ ਬ੍ਰਾਇੰਟ ਨੇ ਜੀ, ਇਹ ਸੀਨੀਅਰ ਆਇਲ ਐਂਡ ਗੈਸ ਐਨਲਿਸਟ ਨੇ, ਕੈਲਗਰੀ ਬੇਸ ਨੇ ਇਹ, ਅਤੇ ਪੈਂਬੀਨਾ ਇੰਸਟੀਟਿਊਟ ਦੇ ਵਿੱਚ ਕੰਮ ਕਰਦੇ ਨੇਗੇ। ਇਹਨਾਂ ਨੇ ਕੁਝ ਸਵਾਲ ਖੜੇ ਕੀਤੇ ਨੇਗੇ। ਕਹਿ ਰਹੇ ਵੀ ਐਨਰਜੀ ਸ਼ੋਅ ਦੇ ਵਿੱਚ ਜਿਹੜਾ ਗਲੋਬਲ ਐਨਰਜੀ ਸ਼ੋਅ ਹੈ ਉਹਦੇ ਵਿੱਚ ਜਿਹੜਾ ਨੈਸ਼ਨਲ ਬਿਲਡਿੰਗ ਪ੍ਰੋਜੈਕਟਸ
ਇਹਨਾਂ ਦਾ ਮਤਲਬ ਕੀ ਹੈ ਉਹ ਕਲੀਅਰ ਹੋਊਗਾ। ਪਹਿਲੀ ਗੱਲ ਤਾਂ ਵੀ ਅਸਲ ਦੇ ਵਿੱਚ ਨੈਸ਼ਨਲ ਬਿਲਡਿੰਗ ਪ੍ਰੋਜੈਕਟਸ ਹੈ ਕਿਹੜੇ ਅਤੇ ਉਹਦੇ ਨਾਲ ਨੈਸ਼ਨਲ ਇੰਟਰਸਟ ਕੀ ਹੈ ਐਨਰਜੀ ਨੂੰ ਲੈ ਕੇ ਖਾਸ ਤੌਰ ਦੇ ਉੱਤੇ, ਉਹ ਵੀ ਕਲੀਅਰ ਹੋਊਗਾ। ਇਹ ਵੀ ਗੱਲ ਉਹਨਾਂ ਨੇ ਆਖੀ ਹੈਗੀ ਹੈ। ਅਤੇ ਕੋਸਟ ਕੀ ਆਊਗੀ, ਬੈਨੀਫਿਟ ਕੀ ਹੋਣਗੇ। ਐ ਨਹੀਂ ਵੀ ਕਿ ਇਹ ਇਕੱਲੀਆਂ ਸਲੋਗਨਸ ਹੀ ਹੋਣ। ਉਹ ਕਹਿੰਦੇ ਵੀ ਹੁਣ ਤੱਕ ਅਸੀਂ ਇਹੀ ਸੁਣਦੇ ਆਏ ਹਾਂ, ਭਾਵੇਂ ਉਹ ਫੈਡਰਲ ਲੈਵਲ 'ਤੇ ਹੋਵੇ, ਪ੍ਰਾਈਮ ਮਿਨਿਸਟਰ ਹੋਣ ਜਾਂ ਸੂਬੇ ਦੇ ਵਿੱਚ ਡੈਨੀਅਲ ਸਮਿਥ ਹੋਣ ਪ੍ਰੀਮੀਅਰ, ਕਿ ਸਾਨੂੰ ਪਾਈਪਲਾਈਨਸ ਬਿਲਡ ਕਰਨ ਦੀ ਲੋੜ ਹੈਗੀ ਹੈ। ਪਰ ਇਹਨੂੰ ਓਵਰਆਲ ਐਗਜ਼ੀਕਿਊਟ ਕਿਵੇਂ ਕਰਨਾ, ਕਿੱਥੇ ਕਿੱਥੇ ਲੋੜ ਹੈਗੀ, ਕਿੱਥੇ ਕਿੱਥੇ ਨਹੀਂ ਹੈਗੀ, ਇਹਨਾਂ ਦਾ ਬੈਨੀਫਿਟ ਹੋਊਗਾ ਵੀ ਕਿ ਨਹੀਂ ਹੋਊਗਾ, ਕਿਉਂਕਿ ਸਾਨੂੰ ਕੋਈ ਹੋਰ ਨਵੀਂ ਟੈਕਨੋਲੋਜੀ ਦੀ ਜਿਹੜੀ ਹੈ ਜਾਂ ਹੋਰ ਨਵੀਂ ਅਪਰੋਚ ਦੀ ਲੋੜ ਹੈਗੀ ਹੈ, ਉਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ, ਉਹਦੇ ਉੱਤੇ ਕੰਮ ਕਰਨਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜੋ ਉੱਥੇ ਉਹ ਕਰਨਗੇ। ਅਤੇ ਬ੍ਰਾਇੰਟ ਆਪ ਖੁਦ ਮਿਥੇਨ ਦੇ ਰਿਗਾਰਡਿੰਗ ਬੋਲਣਗੇ, ਆਪਣਾ ਉੱਥੇ ਸਪੀਚ ਦੇਣਗੇ, ਲੈਕਚਰ ਦੇਣਗੇ, ਅਤੇ ਕਲੀਨਰ ਐਨਰਜੀ ਪ੍ਰੋਡਕਸ਼ਨ ਕਿਵੇਂ ਹੋ ਸਕਦੀ ਹੈ ਉਹਦੇ ਉੱਤੇ ਵੀ ਉਹ ਉੱਥੇ ਚਰਚਾ ਕਰਨਗੇ। ਸੋ ਅੱਜ ਤੋਂ ਜਿਹੜੀ ਇਹ ਗਲੋਬਲ ਐਨਰਜੀ ਸ਼ੋਅ ਹੈ ਉਹ ਕੈਲਗਰੀ ਦੇ ਵਿੱਚ ਸ਼ੁਰੂ ਹੋ ਗਿਆ ਜੀ। ਆਪਾਂ ਸਾਰੇ ਜਾਣਦੇ ਹਾਂ ਵੀ ਕੈਲਗਰੀ ਦੇ ਵਿੱਚ ਜਿੱਥੇ ਗਲੋਬਲ ਐਨਰਜੀ ਸ਼ੋਅ ਤਾਂ ਪਹਿਲਾਂ ਵੀ ਹੁੰਦਾ ਆ ਰਿਹਾ, ਬਟ ਹੁਣ 2002 ਤੋਂ ਬਾਅਦ G7 ਸਮਿਟ ਵੀ ਹੋ ਰਿਹਾ, ਜਿਸ ਦੇ ਉੱਤੇ ਸਾਰੀ ਦੁਨੀਆ ਦੀ ਨਿਗਾਹਾਂ ਨੇ। ਜਿੰਨੀਆਂ ਵਰਲਡ ਦੀਆਂ ਸਭ ਤੋਂ ਪਾਵਰਫੁਲ ਇਕੋਨਮੀਜ਼ ਨੇ, ਉਹਨਾਂ ਦੇ ਲੀਡਰਸ ਨੇ, ਉਹ ਇੱਥੇ ਆਉਣਗੇ। ਅਤੇ G7 ਸਮੇਂ ਜਦੋਂ ਵੀ ਕੋਈ ਡੈਲੀਗੇਟ ਆਉਂਦਾ ਜਾਂ ਵੱਡਾ ਪੋਲੀਟੀਕਲ ਲੀਡਰ ਆਉਂਦਾ ਹੈਗਾ, 2002 ਨੂੰ ਜੇ ਅਸੀਂ ਯਾਦ ਕਰੀਏ ਤਾਂ ਉਦੋਂ ਉਹਨਾਂ ਨੂੰ ਕੈਲਗਰੀ ਦੇ ਟ੍ਰਡੀਸ਼ਨ ਅਕੋਰਡਿੰਗ ਟ੍ਰੇਡਮਾਰਕ ਵਾਈਟ ਹੈਟ ਦਿੱਤੀ ਜਾਂਦੀ ਹੈ। ਐਤਕੀ ਵੀ ਦਿੱਤੀ ਜਾਵੇਗੀ, ਪਰ ਉਹਦੇ ਲਈ ਇੱਕ ਜੋ ਖਾਸ ਸੈਰੇਮਨੀ ਹੁੰਦੀ ਸੀਗੀ ਉਹ ਨਹੀਂ ਹੋਣੀ। ਉਹਦਾ ਕਾਰਨ ਇਹ ਦੱਸਿਆ ਜਾ ਰਿਹਾ, ਇੱਕ ਤਾਂ ਸਿਕਿਉਰਿਟੀ ਕੰਸਰਨਸ, ਸਭ ਤੋਂ ਵੱਡੀ ਗੱਲ ਇਹ ਹੈ। ਦੂਜੀ ਗੱਲ ਜੋ ਮੇਅਰ ਨੇ ਕਹੀ ਹੈ ਕਿ ਜੋ ਉਹਨਾਂ ਨੂੰ ਓਵਰਆਲ ਸਾਰੀ ਫੀਡਬੈਕ ਦਿੱਤੀ ਗਈ ਹੈ ਕਿ ਇਸ ਸਮੇਂ ਜੋ ਦੁਨੀਆ ਦੀ ਜੀਓ ਪੋਲੀਟਿਕਸ ਹੈ ਉਹ ਕਾਫੀ ਹਿੰਸਕ ਹੋ ਗਈ ਹੈ, ਉਹ ਵਾਇਲੈਂਟ ਹੋ ਗਈ ਹੈ। ਤਾਂ ਇਸ ਕਰਕੇ ਉਹ ਕਹਿੰਦੇ ਵੀ ਇਹ ਜੋ ਸੈਰੇਮਨੀ ਹੈ ਉਹ ਨਹੀਂ ਹੋਵੇਗੀ। ਬਿਨਾਂ ਸੈਰੀਮਨੀ ਤੋਂ ਉਹਨੂੰ ਵਾਈਟ ਹੈਟ ਦਿੱਤੀ ਹੋਈ ਜਾਊਗੀ, ਟ੍ਰਡੀਸ਼ਨ ਜਿਹੜਾ ਹੈ ਉਹਨੂੰ ਬਰਕਰਾਰ ਰੱਖਿਆ ਜਾਊਗਾ। ਬਟ ਕਿਉਂਕਿ ਸਾਰੇ ਜਣਿਆਂ ਨੂੰ ਫਿਕਰ ਹੈ ਸਿਕਿਉਰਿਟੀ ਦੇ ਰਿਗਾਰਡਿੰਗ ਵੀ ਕੁਛ ਵੀ ਹੋ ਸਕਦਾ, ਇਸ ਕਰਕੇ ਇਹ ਜੋ VIPs ਜਿੰਨੇ ਵੀ ਕੈਲਗਰੀ ਲੈਂਡ ਹੋਣਗੇ ਅਤੇ ਫਿਰ ਕੈਨਨੈਸਕਸ ਜਾਣਗੇ, ਉਹਨਾਂ ਨੂੰ ਪ੍ਰੋਪਰ ਸੈਰੇਮਨੀ ਨਹੀਂ ਹੋਵੇਗੀ। ਕਿਉਂਕਿ ਜਦੋਂ ਵੀ ਡੈਲੀਗੇਟਸ ਆਉਂਦੇ ਸੀਗੇ ਤਾਂ ਮੇਅਰ ਉੱਥੇ ਖੜ੍ਹਦੇ ਸੀ ਤਾਂ ਉਹਨਾਂ ਨੂੰ ਵੈਲਕਮ ਕਰਦੇ ਸੀਗੇ, ਤਾਂ ਉਦੋਂ ਫੋਟੋਗ੍ਰਾਫਸ ਵੀ ਹੁੰਦੀਆਂ ਸੀਗੀਆਂ। ਇਸੇ ਤਰ੍ਹਾਂ ਹੀ ਜਿਵੇਂ ਦਲਾਈ ਲਾਮਾ, ਬੌਬ ਹੋਪ, ਮਾਰਲਿਨ ਮੋਨਰੋ ਅਤੇ ਓਪਰਾ ਵਿਨਫਰੇ, ਜਾਰਜ W ਬੁਸ਼, ਇਹਨਾਂ ਸਾਰਿਆਂ ਨੂੰ ਇਸੇ ਤਰੀਕੇ ਨਾਲ, ਇਸੇ ਢੰਗ ਨਾਲ ਜੋ ਹੈ ਵਾਈਟ ਹੈਟ ਦਿੱਤੀ ਗਈ ਹੈਗੀ ਹੈ। ਅਤੇ ਮੇਅਰ ਦਾ ਕਹਿਣਾ ਹੈ ਕਿ ਇਹ ਜੋ ਸਾਡਾ ਟ੍ਰੈਡੀਸ਼ਨ ਹੈ ਇਹ ਵੈਸਟਰਨ ਹੌਸਪੀਟੈਲਿਟੀ ਅਤੇ ਸਟੈਂਪੀਡ ਸਪਿਰਿਟ ਨੂੰ ਦਰਸਾਉਂਦਾ ਹੈਗਾ। ਅਤੇ 2002 ਤੋਂ ਬਾਅਦ ਹੁਣ ਮੌਕਾ ਮਿਲਿਆ ਹੈਗਾ ਕਿ ਅਸੀਂ ਇੱਕ ਫਿਰ ਤੋਂ ਦੁਹਰਾ ਸਕੀਏ, ਦੁਨੀਆ ਨੂੰ ਦੱਸ ਸਕੀਏ ਵੀ ਸਾਡਾ ਟ੍ਰੈਡੀਸ਼ਨ ਕੀ ਹੈਗਾ। ਬਟ ਉਹ ਕਹਿੰਦੇ ਵੀ ਹੁਣ ਸਮਾਂ ਜੋ ਹੈ ਬਹੁਤ ਜ਼ਿਆਦਾ ਬਦਲ ਗਿਆ, ਉਦੋਂ ਹਾਲਾਤ ਹੋਰ ਸੀਗੇ, ਹੁਣ ਹਾਲਾਤ ਹੋਰ ਨੇ। ਹੁਣ ਤਾਂ ਆਪਾਂ ਇਹੋ ਜਿਹੀ ਪੁਆਇੰਟ 'ਤੇ ਖੜ੍ਹੇ ਹਾਂ ਜਦੋਂ ਅਸੀਂ ਕੱਲ੍ਹ ਨੂੰ ਪਿੱਛੇ ਲੁੱਕ ਬੈਕ ਕਰਾਂਗੇ, ਇਹ ਉਹ ਸਮਾਂ ਹੈ ਜਦੋਂ ਅਸੀਂ ਕਹਿ ਸਕਾਂਗੇ ਕਿ ਵਰਲਡ ਆਰਡਰ World War II ਤੋਂ ਬਾਅਦ ਹੁਣ ਚੇਂਜ ਹੋਣਾ ਸ਼ੁਰੂ ਹੋਇਆ ਸੀਗਾ। ਤਾਂ ਸਾਡੀ ਅੱਖਾਂ ਸਾਹਮਣੇ ਇਹ ਸਭ ਕੁਛ ਹੋ ਰਿਹਾ ਹੈਗਾ। ਜਿੱਥੇ ਡੈਲੀਗੇਟਸ ਨੂੰ ਇਹ ਵਾਈਟ ਹੈਟ ਦਿੱਤੀ ਜਾਵੇਗੀ, ਉੱਥੇ ਇੱਕ ਗਿਫਟ ਬੈਗ ਹੋਊਗਾ ਜੀ। ਉਹਦੇ ਵਿੱਚ ਇੱਕ ਸੋਪ ਹੈ, ਚਾਕਲੇਟ ਹੈ, ਕੌਫੀ ਹੈ, ਬੀਫ ਜਰਕੀ ਹੈ ਅਤੇ ਗਲਾਸਵੇਅਰ ਹੈ। ਗਲਾਸਵੇਅਰ ਨੂੰ ਵੀ ਥੋਰੋਲੀ ਚੈੱਕ ਕੀਤਾ ਗਿਆ ਹੈਗਾ। ਜਿੰਨੇ ਵੀ ਸਿਕਿਉਰਿਟੀ ਆਫੀਸ਼ੀਅਲਸ ਨੇ ਉਹਨਾਂ ਨੇ ਪਹਿਲਾਂ ਮਨਜ਼ੂਰੀ ਦਿੱਤੀ ਹੈ ਵੀ ਹਾਂ ਇਹ ਗਲਾਸਵੇਅਰ ਅਸੀਂ ਯੂਜ਼ ਕਰ ਸਕਦੇ ਹੈਗੇ ਹਾਂ, ਫਿਰ ਹੀ ਉਹ ਪੈਕਟ ਦੇ ਵਿੱਚ ਪਾਇਆ ਜਾਊਗਾ, ਅਦਰਵਾਈਜ਼ ਉਹਨੂੰ ਵੀ ਬਾਹਰ ਕੱਢਿਆ ਜਾਊਗਾ, ਜਿੱਥੇ ਉਹਨਾਂ ਨੇ ਇਤਰਾਜ਼ ਕਰ ਦਿੱਤਾ। ਅਤੇ 2000 ਡੈਲੀਗੇਟਸ ਆ ਰਹੇ ਨੇਗੇ। ਹੁਣ ਕਿੰਨੇ ਡੈਲੀਗੇਟਸ ਨੂੰ ਇਹ ਸਾਰਾ ਜਿਹੜਾ ਗਿਫਟ ਪੈਕ ਹੈ ਜਾਂ ਹੈਟ ਮਿਲੂਗੀ, ਇਹਦੇ ਉੱਤੇ ਵੀ ਹਜੇ ਕਲੈਰਿਟੀ ਨਹੀਂ ਹੈਗੀ। ਅਤੇ ਮੀਡੀਆ ਨੇ ਇਹ ਵੀ ਗੱਲ ਪੁੱਛੀ ਸੀਗੀ ਕਿ ਟਰੰਪ ਜੋ ਲਗਾਤਾਰ ਕੈਨੇਡਾ ਦੀ ਸੋਵਰੈਂਟੀ ਦੇ ਉੱਤੇ ਸਵਾਲ ਖੜਾ ਕਰ ਰਹੇ ਨੇ, ਟੈਰਿਫਸ ਠੋਕ ਰਹੇ ਨੇ, ਸਾਡੀ ਇੰਡਸਟਰੀਜ਼ ਨੂੰ ਹਾਰਮ ਪਹੁੰਚਾ ਰਹੇ ਨੇਗੇ, ਅਤੇ ਹਮੇਸ਼ਾ ਦੂਜੇ ਤੀਜੇ ਦਿਨ ਹੀ ਪਹਿਲਾਂ ਸਿਲਸਿਲਾ ਇਹ ਚੱਲਦਾ ਰਿਹਾ ਕਿ ਉਹ 51ਵੀਂ ਸਟੇਟ ਬਣਾਉਣ ਦੀ ਗੱਲ ਆਖਦੇ ਸੀਗੇ ਕਿ ਉਹਨਾਂ ਨੂੰ ਵੀ ਇਹ ਹੈਟ ਆਫਰ ਕੀਤੀ ਜਾਊਗੀ। ਤਾਂ ਮੇਅਰ ਨੇ ਜਵਾਬ ਦਿੱਤਾ ਹੈ ਕਿ ਦੇਖੋ ਡਿਪਲੋਮੈਸੀ ਨੂੰ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ ਹੈਗਾ, ਇਹ ਬੜੀ ਕੰਪਲੈਕਸ ਚੀਜ਼ ਹੈਗੀ ਆ। ਤਾਂ ਬਟ ਅਸੀਂ ਜੋ ਹੈ ਡਿਪਲੋਮੈਸੀ ਆਪਣੀ ਪੂਰੀ ਐਕਸਰਸਾਈਜ਼ ਕਰਾਂਗੇ, ਜੇ ਉਹ ਆਏ ਉਹਨਾਂ ਨੂੰ ਵੀ ਦਿੱਤੀ ਜਾਊਗੀ। ਅਤੇ ਓਵਰਆਲ ਬਾਕੀ ਇਕੋਨਮੀ ਜੇ ਦੇਖੀਏ, ਇਕੋਨਮੀ ਦਾ ਪਰਸਪੈਕਟਿਵ ਦੇਖੀਏ, ਲੋਕਲ ਸ਼ਹਿਰ ਦੀ,
ਤਾਂ ਉਹਦੇ ਨਾਲ ਕੈਲਗਰੀ ਚੇਂਬਰ ਆਫ ਕਮਰਸ, ਸਿਟੀ ਆਫੀਸ਼ੀਅਲਸ ਕਾਫੀ ਜ਼ਿਆਦਾ ਖੁਸ਼ ਨੇ, ਕਿਉਂਕਿ ਇਸ ਇਵੈਂਟ ਨਾਲ ਕੈਲਗਰੀ ਦੀ ਇਕੋਨਮੀ ਨੂੰ ਕਾਫੀ ਜ਼ਿਆਦਾ ਬੂਸਟ ਮਿਲਣ ਵਾਲਾ ਹੈ। ਜੋ ਹੁਣ ਤੱਕ ਦੇ ਅਨੁਮਾਨ ਸਾਹਮਣੇ ਆਏ ਨੇ, 190 ਮਿਲੀਅਨ ਡਾਲਰ ਦਾ ਬੂਸਟ ਮਿਲੇਗਾ ਜੀ, ਅਤੇ 10,000 ਹੋਟਲ ਰੂਮਸ ਜੋ ਨੇ ਉਹ ਬੁੱਕ ਹੋ ਚੁੱਕੇ ਨੇਗੇ, ਅਤੇ ਤਕਰੀਬਨ 1400 ਦੇ ਆਸ-ਪਾਸ ਜਰਨਲਿਸਟ ਵੀ ਆ ਰਹੇ ਨੇਗੇ। ਤਾਂ ਸਾਰੀ ਦੁਨੀਆ ਦੀ ਜਿਹੜੀ ਪ੍ਰੈਸ ਹੈ ਉਹ ਇੱਥੇ ਆ ਰਹੇ ਨੇ, ਟੌਪ ਦੇ ਲੀਡਰਸ ਆ ਰਹੇ ਨੇਗੇ, ਵੱਡੇ ਵੱਡੇ ਅਫਸਰ ਆ ਰਹੇ ਨੇਗੇ, ਕਾਰਪੋਰੇਸ਼ਨਸ ਦੇ ਹੈੱਡ ਆਉਣਗੇ, ਹੈ ਨਾ, ਵੱਡੀਆਂ ਫਾਈਨੈਂਸ ਮਾਰਕੀਟਸ ਨੂੰ ਜੋ ਡੀਲ ਕਰਦੇ ਨੇ ਉਹ ਇੱਥੇ ਆਉਣਗੇ। ਤਾਂ ਬਹੁਤ ਵਧੀਆ ਮੌਕਾ ਹੈਗਾ ਕਿ ਉਹਨਾਂ ਨੂੰ ਕੈਲਗਰੀ ਦੇ ਵਿੱਚ ਕਿਸ ਤਰ੍ਹਾਂ ਦੀ ਓਪਰਚੁਨਿਟੀਜ਼ ਹੈ, ਵੀ ਇੱਥੇ ਤੁਸੀਂ ਕਿਵੇਂ ਇਨਵੈਸਟ ਕਰ ਸਕਦੇ ਹੈਗੇ ਹੋ, ਅਤੇ ਹੋਰ ਕੀ ਕੁਛ ਹੋ ਸਕਦਾ, ਸਾਡੇ ਕੋਲ ਕਿੰਨੀ ਸਪੇਸ ਅਵੇਲੇਬਲ ਹੈ, ਉਹ ਦਿਖਾਉਣ ਦਾ, ਦੱਸਣ ਦਾ, ਅਤੇ ਇੱਕ ਨੈਟਵਰਕਿੰਗ ਕਰਨ ਦਾ ਬਹੁਤ ਵਧੀਆ ਮੌਕਾ ਕੈਲਗਰੀ ਕੋਲੇ। ਤਾਂ ਹੋਪਫੁਲੀ ਕੁਛ ਨਾ ਕੁਛ ਇਸ G7 ਸਮਿਟ ਦਾ ਅਪਾਰਟ ਫਰੋਮ ਇਹ ਜਿਹੜਾ 190 ਮਿਲੀਅਨ ਡਾਲਰ ਦਾ ਰੈਵਨਿਊ ਜਨਰੇਟ ਹੋਊਗਾ, ਉਸ ਤੋਂ ਇਲਾਵਾ ਵੀ ਕੋਈ ਹੋਰ ਵੱਡੀਆਂ ਇਨਵੈਸਟਮੈਂਟ ਜੇ ਅਸੀਂ ਪੁੱਲ ਕਰ ਸਕੀਏ, ਅਟਰੈਕਟ ਕਰ ਸਕੀਏ ਸ਼ਹਿਰ ਦੇ ਵਿੱਚ, ਉਹ ਸਾਡੇ ਸਾਰਿਆਂ ਲਈ ਬਹੁਤ ਬੈਨੀਫੀਸ਼ੀਅਲ ਹੋਊਗਾ। ਐਲਬਰਟਾ NDP ਨੇ ਦੋਸ਼ ਲਾਇਆ ਕਿ ਜਿਹੜੀ ਮੌਜੂਦਾ UCP ਪਾਰਟੀ ਹੈ ਉਹ ਇੱਕ ਵੱਖਵਾਦੀ ਪਾਰਟੀ ਹੈ। ਇਹ ਉਹਨਾਂ ਨੇ ਤਾਂ ਕਿਹਾ ਹੈ ਕਿਉਂਕਿ ਜੂਨ 25 ਨੂੰ ਇੱਕ ਇਵੈਂਟ ਕਰਵਾਇਆ ਜਾ ਰਿਹਾ ਜਿਸ ਦਾ ਨਾਮ ਹੈ ਕਰੇਜ ਟੂ ਲਿਸਨ, ਅਤੇ ਇਹਨੂੰ UCP ਦੀਆਂ 5 ਰਾਈਡਿੰਗ ਐਸੋਸੀਏਸ਼ਨਸ ਕਰਵਾ ਰਹੀਆਂ ਨੇ ਜੀ। ਅਤੇ ਇਸ ਇਵੈਂਟ ਦੇ ਪੋਸਟਰ 'ਤੇ ਮੌਜੂਦਾ ਐਨਰਜੀ ਮਿਨਿਸਟਰ ਬ੍ਰਾਇਨ ਜੀਨ ਦੀ ਫੋਟੋ ਛਪੀ ਹੋਈ ਸੀਗੀ। ਅਤੇ ਇਸ ਫੋਟੋ ਦੇ ਨਾਲ ਪੋਸਟਰ ਦੇ ਉੱਤੇ ਸੈਪਰੇਸ਼ਨ ਰੈਫਰੈਂਡਮ ਦਾ ਸਵਾਲ ਵੀ ਜਿਹੜਾ ਹੈ ਪੁੱਟ ਕੀਤਾ ਗਿਆ ਹੈਗਾ, ਉਹ ਨਾਲ ਦੀ ਨਾਲ ਉਹ ਸਵਾਲ ਵੀ ਉੱਥੇ ਲਿਖਿਆ ਗਿਆ ਹੈ। ਅਤੇ ਇਵੈਂਟ 'ਤੇ ਕਈ ਬੁਲਾਰੇ ਜਿਹੜੇ ਬੁਲਾਏ ਗਏ ਨੇਗੇ ਉਹ ਇਸ ਗੱਲ ਦੇ ਹੱਕ ਵਿੱਚ ਨੇ ਕਿ ਐਲਬਰਟਾ ਨੂੰ ਕੈਨੇਡਾ ਤੋਂ ਅੱਡ ਹੋ ਜਾਣਾ ਚਾਹੀਦਾ ਜਾਂ ਕੈਨੇਡਾ ਨੂੰ ਛੱਡ ਦੇਣਾ ਚਾਹੀਦਾ ਹੈ। ਦੇ ਸ਼ੁੱਡ ਨਾਟ ਬੀ ਪਾਰਟ ਆਫ ਕਨਫੈਡਰੇਸ਼ਨ। ਅਤੇ ਐਲਬਰਟਾ ਦੇ ਅਫੀਸ਼ੀਅਲ ਵਿਰੋਧੀ ਧਿਰ ਦੇ ਹਾਊਸ ਲੀਡਰ ਕ੍ਰਿਸਟੀਨਾ ਗਰੇ ਨੇ ਇਸ ਮੌਕੇ 'ਤੇ ਪ੍ਰੈਸ ਕਾਨਫਰੰਸ ਕੀਤੀ। ਜਿਵੇਂ ਇਹ ਡਿਵੈਲਪਮੈਂਟ ਸਾਹਮਣੇ ਆਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਾਰਿਆਂ ਨੂੰ ਸ਼ੱਕ ਲੱਗਦਾ ਸੀ, ਜਾਂ ਐਂ ਲੱਗਦਾ ਸੀ, ਗੱਲਾਂ ਬਾਤਾਂ ਹੁੰਦੀਆਂ ਸੀਗੀਆਂ, ਐਂ ਜਾਪਦਾ ਸੀ ਵੀ UCP ਪਾਰਟੀ ਵੱਖਵਾਦੀ ਪਾਰਟੀ ਹੈ। ਬਟ ਹੁਣ ਕਹਿੰਦੇ ਵੀ ਸਬੂਤ ਵੀ ਆ ਗਿਆ, ਪ੍ਰੂਫ ਵੀ ਮਿਲ ਗਿਆ ਗਾ ਕਿ ਜੋ ਮੌਜੂਦਾ ਸਮਿਥ UCP ਹੈ, ਜਿਹਨੂੰ ਸਮਿਥ ਲੀਡ ਕਰ ਰਹੇ ਨੇਗੇ, ਉਹ ਇੱਕ ਵੱਖਵਾਦੀ ਸੈਪਰੇਟਿਸਟ ਅਪਰੋਚ ਰੱਖਦੀ ਹੈਗੀ ਹੈ, ਅਤੇ ਉਹਨਾਂ ਦਾ ਏਜੰਡਾ ਬਿਲਕੁਲ ਡਿਫਰੈਂਟ ਹੈ। ਓਫੀਸ਼ੀਅਲ ਤੌਰ 'ਤੇ ਇੰਟਰਵਿਊਜ਼ ਤਾਂ ਕੋਈ ਨਹੀਂ ਦਿੱਤੀਆਂ ਐਨਰਜੀ ਮਿਨਿਸਟਰ ਬ੍ਰਾਇਨ ਜੀਨ ਨੇ, ਬਟ ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਜ਼ਰੂਰ ਜਾਰੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਇਵੈਂਟ 'ਤੇ ਜਾ ਹੀ ਨਹੀਂ ਰਹੇ ਸੀਗੇ, ਅਤੇ ਇਹ ਗੱਲ ਉਹਨਾਂ ਨੇ ਆਰਗੇਨਾਈਜ਼ਰਸ ਨੂੰ ਲੰਘੇ ਵੀਰਵਾਰ ਨੂੰ ਹੀ ਦੱਸ ਦਿੱਤੀ ਸੀਗੀ ਵੀ ਮੈਂ ਤੁਹਾਡੇ ਇਵੈਂਟ 'ਤੇ ਨਹੀਂ ਆਉਣਾ ਗਾ। ਪਰ ਸਵਾਲ ਇਹ ਆਇਆ ਫਿਰ ਵੀ ਪੋਸਟਰ 'ਤੇ ਫੋਟੋ ਕਿਵੇਂ ਛਪ ਗਈ, ਅਤੇ ਪਾਰਟੀ ਨੇ ਇਸ ਚੀਜ਼ ਦਾ ਹਜੇ ਫਿਲਹਾਲ ਦੀ ਘੜੀ ਕੋਈ ਜਵਾਬ ਨਹੀਂ ਦਿੱਤਾ। ਉੱਥੇ ਇੰਡੀਪੈਂਡੈਂਟ ਅਤੇ ਮੰਨੇ ਪ੍ਰਮੰਨੇ ਪੋਲੀਟੀਕਲ ਸਾਇੰਟਿਸਟ ਡਵੇਨ ਬਰੈਟ ਨੇ ਇਹ ਗੱਲ ਆਖੀ ਹੈ ਕਿ ਜੇ ਕਰਾਊਨ ਦਾ ਹੀ ਮਿਨਿਸਟਰ ਅਜਿਹੇ ਇਵੈਂਟ ਨੂੰ ਅਟੈਂਡ ਕਰਦਾ ਹੈ ਤਾਂ ਇਹ ਬਹੁਤ ਵੱਡੀ ਐਸਕਲੇਸ਼ਨ ਦੇ ਤੌਰ ਦੇ ਉੱਤੇ ਅਸੀਂ ਇਹਨੂੰ ਦੇਖ ਸਕਦੇ ਹਾਂ ਕਿ ਇਹ ਬਹੁਤ ਵੱਡੀ ਗੱਲ ਹੈਗੀ ਹੈ ਵੀ ਕਰਾਊਨ ਦਾ ਮਿਨਿਸਟਰ ਜੋ ਹੈ ਇਸ ਤਰ੍ਹਾਂ ਦੇ ਇਵੈਂਟ, ਸੈਪਰੇਟਿਜ਼ਮ ਦੇ ਜੋ ਇਵੈਂਟ ਹੈਗੇ ਆ ਉਹਨੂੰ ਅਟੈਂਡ ਕਰੇ, ਅਤੇ ਉਹ ਵੀ ਐਨਰਜੀ ਮਿਨਿਸਟਰ ਜਿਹੜਾ ਕਿ ਵਨ ਆਫ ਦਾ ਮੋਸਟ ਇੰਪੋਰਟੈਂਟ ਪੋਰਟਫੋਲੀਓਜ਼ ਹੈ, ਮਹਿਕਮਾ ਹੈ। ਅਤੇ ਵੱਖਵਾਦੀਆਂ ਦਾ ਮੇਨ ਰੋਸ ਇਹੀ ਹੈ ਕਿ ਐਲਬਰਟਾ ਨੂੰ ਆਪਣੇ ਰਿਸੋਰਸਿਸ ਦੀ ਜੋ ਪੂਰੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ, ਅਤੇ ਉਹਦੇ ਨਾਲ ਸੂਬੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ। ਅਤੇ ਉਹੀ ਮੰਤਰੀ ਜੋ ਹੈ ਅਜਿਹੇ ਇਵੈਂਟ ਨੂੰ ਅਟੈਂਡ ਕਰੇ ਅਤੇ ਉਹਦਾ ਪੋਸਟਰ ਪ੍ਰੋਪਰਲੀ ਛਪੇ, ਤਾਂ ਇਹ ਜੋ ਗੱਲਬਾਤ ਹੈ ਇਹ ਕੋਈ ਬਾਹਲੀ ਵਧੀਆ ਡਿਵੈਲਪਮੈਂਟ ਨਹੀਂ ਹੈਗੀ ਜੇ ਓਵਰਆਲ ਅਸੀਂ ਕੈਨੇਡਾ ਦੀ ਯੂਨਿਟੀ ਦੀ ਗੱਲ ਕਰੀਏ, ਕਨਫੈਡਰੇਸ਼ਨ ਦੀ ਗੱਲ ਕਰੀਏ। ਸੋਮਵਾਰ ਦੁਪਹਿਰੇ ਤੱਕ ਬ੍ਰਾਇਨ ਜੀਨ ਦਾ ਨਾਮ ਸਪੀਕਰਾਂ ਦੀ ਸੂਚੀ ਦੀ ਜੋ ਲਿਸਟ ਬਣੀ ਹੋਈ ਸੀ ਉਹਦੇ ਵਿੱਚ ਸੀਗਾ, ਬਟ ਉਸ ਤੋਂ ਬਾਅਦ ਜਿਵੇਂ ਹੀ ਇਹ ਗੱਲਬਾਤ ਬਾਹਰ ਆਈ, ਬਹੁਤ ਵੱਡੇ ਪੱਧਰ 'ਤੇ ਇਹ ਫੈਲ ਗਈ, ਅਤੇ ਓਪੋਜੀਸ਼ਨ ਨੇ ਵੀ ਇਹਦੇ ਉੱਤੇ ਦੱਬ ਕੇ ਅਟੈਕ ਕੀਤਾ ਹੈਗਾ ਸਰਕਾਰ ਦੇ ਉੱਤੇ। ਉਸ ਤੋਂ ਬਾਅਦ ਤੋਂ ਜਿਹੜੀ ਓਵਰਆਲ ਹੀ ਲਿਸਟ ਹੈ, ਸੂਚੀ ਲਿਸਟ, ਉਹਦੇ ਵਿੱਚ ਜਿੰਨੇ ਵੀ ਨਾਮ ਸੀਗੇ ਉਹ ਰਿਮੂਵ ਕਰ ਦਿੱਤੇ ਗਏ ਨੇਗੇ। ਤਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਾਕੀ ਦੇ ਚਲੰਤ ਮਾਮਲਿਆਂ ਦੇ ਉੱਤੇ ਚਰਚਾ ਕਰਾਂਗੇ ਜੀ।
This is Red JPS Olak, आपके मॉर्गेज स्पेशलिस्ट। क्या आप जानते हैं कि JPS Olak is bigger than the banks? क्योंकि JPS बैंकों के अलावा बहुत सारे मोनोलाइन लैंडर्स, क्रेडिट यूनियंस और ट्रस्ट कंपनीज के साथ भी काम करते हैं। इसीलिए आपको सबसे बेहतरीन रेट्स और ज्यादा से ज्यादा ऑप्शंस दिलाते हैं। Your smart choice for best mortgages, JPS Olak। आज ही DLC क्लियर ट्रस्ट मॉर्गेजेस के JPS Olak के साथ कांटेक्ट करें at 403-407-7777। ਓਏ ਕੀ ਗੱਲ ਹੋਈ ਅੱਖਾਂ ਕਿਉਂ ਮਲਦਾ ਪਿਆ ਉਹ ਭਰਾਵਾ ਅੱਜ ਤਾਂ ਮੈਂ ਹੈਰਾਨ ਹੀ ਰਹਿ ਗਿਆ ਉੱਪਰ ਹੋਇਆ ਕੀ ਜਿਹਾ ਕੀ ਵੇਖ ਲਿਆ ਅੱਜ ਮੈਂ ਕੈਲਗਰੀ ਦੇ ਫੈਂਸੀ ਡੋਰਸ ਐਂਡ ਮੋਲਡਿੰਗਸ ਦੇ ਸ਼ੋਰੂਮ ਹੋ ਕੇ ਆਇਆ ਉਹਨਾਂ ਕੋਲ ਐਕਸਟੀਰੀਅਰ ਤੇ ਇਨਡੋਰ ਡੋਰਸ ਲੌਕਸ ਰੇਲਿੰਗਸ ਅਤੇ ਵਿੰਡੋਜ਼ ਦੀ ਇੰਨੀ ਸ਼ਾਨਦਾਰ ਵੈਰਾਈਟੀ ਹੈ ਵੀ ਗੱਲ ਛੱਡ ਦੋ ਅੱਛਾ ਫਿਰ ਤਾਂ ਬਹੁਤ ਮਹਿੰਗਾ ਹੋਣਾ ਸਮਾਨ ਉਹ ਕਿੱਥੇ ਉਹ ਤਾਂ ਕੋਈ ਵੀ ਰਿਟਨ ਪ੍ਰਾਈਸ ਬੀਟ ਕਰਦੇ ਆ ਤੇ ਨਾਲੇ ਸੇਮ ਡੇ ਡਿਲੀਵਰੀ ਵੀ ਕਰ ਦਿੰਦੇ ਆ ਫਿਰ ਤਾਂ ਤੂੰ ਹੁਣੇ ਨੰਬਰ ਦੇ ਉਹਨਾਂ ਦਾ ਕਰ ਨੋਟ ਲਾਡੀ ਸਿੱਧੂ @4036042497 ਅਤੇ ਲੱਕੀ ਸਿੰਘ @5875831413 ਸਕਾਈ ਵਿਜ਼ਨ ਲੰਬਰਸ ਪੇਸ਼ ਕਰਦੇ ਹਨ ਸਪੈਸ਼ਲ ਲੰਬਰ ਪੈਕੇਜ ਸੇਲ। ਜੇ ਤੁਸੀਂ ਆਪਣਾ ਗਰਾਜ ਬਣਾ ਰਹੇ ਹੋ ਜਾਂ ਬਣਾਉਣ ਦਾ ਪਲਾਨ ਕਰ ਰਹੇ ਹੋ ਤਾਂ ਇਹਨਾਂ ਤੋਂ ਸਾਰਾ ਸਮਾਨ ਡਿਸਕਾਊਂਟਡ ਪ੍ਰਾਈਸ ਤੇ ਆਰਡਰ ਕਰਕੇ ਸੇਮ ਡੇ ਡਿਲੀਵਰੀ ਪ੍ਰਾਪਤ ਕਰੋ। ਇਸ ਤੋਂ ਇਲਾਵਾ ਇਹਨਾਂ ਕੋਲ ਪ੍ਰੀਮੀਅਮ ਕੁਆਲਿਟੀ ਫਰੇਮਿੰਗ ਮਟੀਰੀਅਲ, ਫੁੱਲ ਹਾਊਸ ਪੈਕੇਜ, ਲੰਬਰ, ਟਰਸਸ, ਵਾਲ ਫਲੋਰ ਅਤੇ ਕ੍ਰਿਬਿੰਗ ਪੈਕੇजेस ਵੀ ਉਪਲਬਧ ਹਨ। ਸਕਾਈ ਵਿਜ਼ਨ ਲੰਬਰਸ ਹੁਣ ਆਪਣੀ ਨਵੀਂ ਲੋਕੇਸ਼ਨ 3D ਬਿਜ਼ਨਸ ਸੈਂਟਰ ਜੈਕਸਨਪੋਰਟ ਨਾਰਥ ਈਸਟ ਵਿੱਚ ਓਪਨ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਾਲ ਸਕਾਈ ਵਿਜ਼ਨ ਲੰਬਰਸ @403-946-4500। यार बड़ी टेंशन च लगदा की गल सौखा मेरा कार एक्सीडेंट हो गया सट्टा करके काम भी छुट गया उत्तों इंश्योरेंस कंपनी भी कोई राह ही नहीं पा रही तू वकील सतनाम औजला नु मिल उन्हां कोल पर्सनल इंजरी क्लेम्स हैंडल करन दा 25 सालां दा तजर्बा है। मर्चेंट लॉ ग्रुप दे लॉयर सतनाम औजला पर्सनल इंजरीज दा मुआवजा दिवाउण च मदद करदे ने। किसी भी तरह दे मोटर व्हीकल एक्सीडेंट तो बाद कंपनसेशन क्लेम करन लई कॉल 4032377777 403-237-7777। ABC ਅਤੇ ਅਲਬਰਟਾ ਵਿੱਚ ਹੋਈ ਐਕਸੀਡੈਂਟ ਦੇ ਕਲੇਮਸ ਹੈਂਡਲ ਕਰਦੇ ਨੇ। ਯਾਰ ਗੱਡੀਆਂ ਵੇਖ ਕੇ ਲੱਗਦਾ ਮੇਰੇ ਕੋਲ ਇੰਨੀ ਸੋਹਣੀ ਗੱਡੀ ਕਦੋਂ ਹੋਵੇਗੀ। ਉਹ ਤੂੰ ਚੱਲ ਮੇਰੇ ਨਾਲ ਆਟੋ ਹਾਊਸ ਉੱਥੇ ਤੈਨੂੰ ਲੋ ਰੇਟਸ ਤੇ ਮਿਲੇਗੀ ਹਾਈ ਐਂਡ ਤੋਂ ਲੈ ਕੇ ਹਰ ਟਾਈਪ ਦੀ ਗੱਡੀ। ਪਰ ਮੈਂ ਤਾਂ ਸਟੂਡੈਂਟ ਹਾਂ ਮੈਨੂੰ ਕੌਣ ਲੋਨ ਦੇਗਾ। ਓਏ ਆਟੋ ਹਾਊਸ ਵਾਲੇ ਸਟੂਡੈਂਟਸ ਨਿਊ ਕਮਰਸ ਗੁੱਡ ਬੈਡ ਕ੍ਰੈਡਿਟ ਹਰ ਤਰ੍ਹਾਂ ਦੀ ਕ੍ਰੈਡਿਟ ਸਿਚੁਏਸ਼ਨ ਨਾਲ ਡੀਲ ਕਰਦੇ ਨੇ। ਆਟੋ ਹਾਊਸ 15 ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ। ਇਹਨਾਂ ਦੀ 3 ਲੋਕੇਸ਼ਨ ਸਨਰਿਚ, ਬਾਰਲੋ ਤੇ ਜੈਕਸਨਪੋਰਟ ਤੋਂ ਬਾਅਦ ਹੁਣ ਨਵੀਂ ਚੌਥੀ ਲੋਕੇਸ਼ਨ ਹੋਰਾਈਜ਼ਨ ਨਾਰਥ ਈਸਟ ਵਿੱਚ ਖੁੱਲ ਗਈ ਹੈ। ਵਿਜ਼ਿਟ ਨੀਅਰੈਸਟ ਲੋਕੇਸ਼ਨ or browse online at autoshouse.com. This is Good Morning Calgary. ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸੋਮਵਾਰ ਨੂੰ ਡਿਫੈਂਸ ਰਿਲੇਟਡ ਵੱਡੇ ਐਲਾਨ ਕੀਤੇ ਨੇਗੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਜਦੋਂ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ, ਮੀਡੀਆ ਰਾਹੀਂ ਸਾਰੇ ਕੈਨੇਡੀਅਨਸ ਨੂੰ ਸੰਬੋਧਨ ਕਰ ਰਹੇ ਸੀ, ਉਦੋਂ ਉਹਨਾਂ ਨੇ ਗੱਲ ਕਹੀ ਵੀ ਜਿਹੜਾ ਅੱਜ ਦਾ ਸਮਾਂ ਹੈ ਉਹ ਬਹੁਤ ਖਤਰਨਾਕ ਹੈ ਦੁਨੀਆ ਭਰ ਦੇ ਵਿੱਚ ਅਤੇ ਵੱਡੇ ਪੱਧਰ ਦੇ ਉੱਤੇ ਜੋ ਵਰਲਡ ਹੈ ਉਹ ਡਿਵਾਈਡਡ ਹੈ। ਤਾਂ ਸ਼ਰੇਆਮ ਥ੍ਰੈਟਸ ਦਿੱਤੀਆਂ ਜਾਂਦੀਆਂ ਨੇ ਨੇਸ਼ਨਸ ਨੂੰ ਅਤੇ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਹੌਲੀ ਹੌਲੀ ਐਗਜ਼ੀਕਿਊਟ ਵੀ ਕੀਤਾ ਜਾਂਦਾ ਹੈ। ਕਹਿੰਦੇ ਬਹੁਤ ਲੰਬੇ ਚਿਰ ਤੋਂ ਜੋ ਧਾਰਨਾ ਬਣੀ ਹੋਈ ਸੀ ਵੀ ਕੈਨੇਡਾ ਦੀ ਜੋ ਜੀਓਗ੍ਰਾਫਿਕ ਲੋਕੇਸ਼ਨ ਹੈ ਉਹਦਾ ਉਹਨੂੰ ਐਡਵਾਂਟੇਜ ਹੈ, ਇਸ ਕਰਕੇ ਸਾਡੇ ਉੱਤੇ ਜੋ ਹੈ ਅਟੈਕ ਕਰਨਾ ਵੀ ਔਖਾ ਹੈ ਜਾਂ ਸਾਨੂੰ ਓਵਰਆਲ ਬੱਚਤ ਹੈਗੀ ਹੈ। ਪਰ ਇਹ ਗੱਲ ਕਹਿੰਦੇ ਵੀ ਹੁਣ ਨੋ ਲੌਂਗਰ ਸੱਚ ਨਹੀਂ ਹੈਗੀ ਕਿਉਂਕਿ ਟੈਕਨੋਲੋਜੀ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਹੈ। ਇਸ ਗੱਲ ਦੇ ਵਿੱਚ ਹੁਣ ਉਹਨਾਂ ਦਮ ਨਹੀਂ ਰਿਹਾ ਜਿੰਨਾ ਪਹਿਲਾਂ ਇੱਕ ਸਮੇਂ ਹੁੰਦਾ ਸੀਗਾ। ਹੁਣ ਤਾਂ ਵੈਪਨਸ ਹੀ ਅਜਿਹੇ ਬਣ ਗਏ ਨੇ, ਖਾਸ ਤੌਰ 'ਤੇ ਡਰੋਨਸ ਜਾਂ ਮਿਸਾਈਲਸ ਜਿਹੜੀਆਂ ਕਿ ਲੌਂਗ ਡਿਸਟੈਂਸ ਵੀ ਨੇ, ਬੋਲਿਸਟਿਕ ਵੀ ਨੇ ਅਤੇ ਲੰਬਾ ਡਿਸਟੈਂਸ ਟਰੈਵਲ ਕਰਕੇ ਉਹ ਕਿਸੇ ਵੀ ਟਾਰਗੇਟ ਨੂੰ ਹਿੱਟ ਕਰ ਸਕਦੀਆਂ ਨੇ ਅਤੇ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਨੇ। ਉਹ ਕਹਿੰਦੇ ਵੀ ਜਿਹੜੇ ਥ੍ਰੈਟਸ ਪਹਿਲਾਂ ਬਹੁਤ ਦੂਰ ਲੱਗਦੇ ਸੀਗੇ ਉਹ ਹੁਣ ਬਹੁਤ ਨੇੜੇ ਨੇ। ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ US ਦੇ ਉੱਤੇ ਜੋ ਸਾਡੀ ਡਿਪੈਂਡੈਂਸ ਹੈ ਖਾਸ ਤੌਰ 'ਤੇ ਮਿਲਟਰੀ ਗੁੱਡਸ ਨੂੰ ਲੈ ਕੇ ਉਹਨੂੰ ਘਟਾਉਣਾ ਚਾਹੁੰਦੇ ਨੇ। ਤਾਂ ਹੀ ਕੈਨੇਡਾ ਜੋ ਹੈ ਯੂਰਪੀਅਨ ਯੂਨੀਅਨ ਨਾਲ ਡਿਫੈਂਸ ਪ੍ਰੋਕਿਉਰਮੈਂਟ ਪ੍ਰੋਗਰਾਮ ਜੁਆਇਨ ਕਰ ਰਿਹਾ ਹੈਗਾ। ਅਤੇ ਠੀਕ ਹੈ ਕੁਛ ਚੀਜ਼ਾਂ ਅਸੀਂ ਲਵਾਂਗੇ US ਤੋਂ, ਬਟ ਆਏ ਨਹੀਂ ਵੀ ਹੁਣ ਸਾਰਾ ਚੀਜ਼ ਅਸੀਂ US ਤੋਂ ਹੀ ਮੰਗਵਾਵਾਂਗੇ। ਅਤੇ ਸੋਮਵਾਰ ਨੂੰ ਉਹਨਾਂ ਨੇ ਜੋ ਗੋਲਡਨ ਡੋਮ ਹੈ ਜੋ ਕਿ ਇੱਕ ਐਡਵਾਂਸਡ ਇੰਟੀਗ੍ਰੇਟਿਡ ਮਿਸਾਈਲ ਸ਼ੀਲਡ ਪ੍ਰੋਗਰਾਮ ਹੈ, ਹਾਲੇ ਪਿੱਛੇ ਜੇ ਡੋਨਲਡ ਟਰੰਪ ਨੇ ਉਹ ਵਾਈਟ ਹਾਊਸ ਦੇ ਓਵਲ ਆਫਿਸ ਦੇ ਵਿੱਚੋਂ ਉਸ ਚੀਜ਼ ਬਾਰੇ ਸਾਰਾ ਕੁਝ ਦੱਸਿਆ ਵੀ ਸੀਗਾ ਵੀ ਇਹ 'ਤੇ ਬਿਲੀਅਨਸ ਆਫ ਡਾਲਰਸ ਜਿਹੜੇ ਹੈ ਸਪੈਂਡ ਕੀਤੇ ਜਾਣਗੇ ਅਤੇ 60 ਬਿਲੀਅਨ ਜਾਂ 65 ਬਿਲੀਅਨ ਡਾਲਰ ਦੀ ਉਹਨਾਂ ਨੇ ਫਿਗਰ ਦਿੱਤੀ ਹੈ, ਕੋਟ ਕੀਤੀ ਹੈ ਕੈਨੇਡਾ ਨੂੰ ਜੇ ਤੁਸੀਂ ਇਸ ਪ੍ਰੋਜੈਕਟ ਦਾ ਪਾਰਟ ਬਣਨਾ ਗੋਲਡਨ ਡੋਮ ਦਾ। ਸੋ ਉਹਦੇ ਬਾਰੇ ਕੋਈ
ਜ਼ਿਕਰ ਨਹੀਂ ਕੀਤਾ ਗਿਆ ਪ੍ਰਾਈਮ ਮਿਨਿਸਟਰ ਵੱਲੋਂ। ਤੇ 2.6 ਬਿਲੀਅਨ ਜੋ ਪ੍ਰਾਈਮ ਮਿਨਿਸਟਰ ਨੇ ਕੱਲ੍ਹ ਅਨਾਊਂਸ ਕੀਤਾ ਜੀ, ਉਹ ਭਰਤੀ 'ਤੇ ਵਰਤਿਆ ਜਾਵੇਗਾ ਕਿ ਆਰਮਡ ਫੋਰਸਿਸ ਦੇ ਮੈਂਬਰਸ ਜਿਹੜੇ ਹੈਗੇ ਆ ਉਹਦੇ ਪਹਿਲਾਂ ਤਾਂ ਉਹਨੂੰ ਰਿਟੇਨ ਵੀ ਕੀਤੇ ਜਾਣ, ਜਿਹੜੇ ਮੌਜੂਦਾ ਹੈਗੇ ਨੇ ਵੀ ਛੱਡ ਕੇ ਨਾ ਜਾਣ। ਦੂਜਾ ਭਰਤੀ ਵੀ ਨਵੇਂ ਸਿਰ ਤੋਂ ਭਰਤੀ ਵੀ ਕੀਤੀ ਜਾਵੇ। 13,000 ਤੋਂ ਲੈ ਕੇ 14,000 ਆਰਮੀ ਆਫੀਸ਼ੀਅਲਸ ਦੀ ਹਜੇ ਸ਼ਾਰਟਫਾਲ ਹੈ, ਤਾਂ ਉਹਨੂੰ ਭਰਨਾ ਜ਼ਰੂਰੀ ਹੈ ਉਹ ਕਹਿੰਦੇ। ਅਤੇ 844 ਮਿਲੀਅਨ ਰਿਪੇਅਰ ਅਤੇ ਅਪਗ੍ਰੇਡੇਸ਼ਨ ਵਾਸਤੇ ਲੱਗੂਗਾ ਜੀ, ਜੋ ਕਿ ਸਾਡਾ ਆਲਰੇਡੀ ਐਗਜ਼ਿਸਟਿੰਗ ਇਨਫਰਾਸਟਰਕਚਰ ਹੈਗਾ ਫੋਰਸਿਸ ਦਾ, ਉਹਨੂੰ ਮੇਨਟੇਨ ਵੀ ਕਰਨਾ ਹੈ। ਜੇ ਕਿਤੇ ਕਮੀ ਪੇਸ਼ੀ ਹੈ ਉਹਨੂੰ ਅਪਗ੍ਰੇਡ ਵੀ ਕਰਨਗੇ, ਅਤੇ ਖਾਸ ਤੌਰ 'ਤੇ ਜਿਹੜੀ ਕ੍ਰਿਟੀਕਲ ਇਕੁਇਪਮੈਂਟ ਹੈ ਉਹਨੂੰ ਵੀ ਠੀਕ ਕਰਨਾ ਉਹ ਕਹਿੰਦੇ। 544 ਮਿਲੀਅਨ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਅਤੇ ਆਰਮਡ ਫੋਰਸਿਸ ਨੂੰ ਸਿਰਫ ਔਰ ਸਿਰਫ ਸਾਈਬਰ ਥ੍ਰੈਟਸ ਨਾਲ ਨਜਿੱਠਣ ਲਈ ਦਿੱਤਾ ਜਾਵੇਗਾ, ਤਾਂ ਕਿ ਸਾਈਬਰ ਥ੍ਰੈਟਸ ਤੋਂ ਅਸੀਂ ਬਚੇ ਰਹੀਏ, ਕਿਉਂਕਿ ਐਡਵਾਂਸਡ ਫਾਰਮ ਆਫ ਵਾਰਫੇਅਰ ਹੈ। ਕਿਸੇ ਵੇਲੇ ਵੀ ਤੁਹਾਡੇ ਵੱਡੇ ਤੋਂ ਵੱਡੇ ਇੰਸਟੀਟਿਊਸ਼ਨਸ ਜਾਂ ਅਹਿਮ ਡਿਪਾਰਟਮੈਂਟਸ ਜੋ ਕਿ ਅੱਜ ਕੱਲ੍ਹ ਸਾਰਾ ਕੁਛ ਡਿਜੀਟਲ ਹੈ, ਇੰਟਰਨੈਟ 'ਤੇ ਡਿਪੈਂਡੈਂਟ ਹੈ, ਉਹਨੂੰ ਹੈਕ ਕਰਕੇ ਰੋਕਿਆ ਜਾ ਸਕਦਾ ਹੈਗਾ। ਤਾਂ ਇਸ ਕਰਕੇ 500 ਮਿਲੀਅਨ ਤੋਂ ਜ਼ਿਆਦਾ ਉਹ ਸਿਰਫ ਸਾਈਬਰ ਵਾਸਤੇ ਦੇ ਰਹੇ ਨੇਗੇ। ਅਤੇ 2025-26 ਦੇ ਓਵਰਆਲ ਨੈਸ਼ਨਲ ਡਿਫੈਂਸ ਬਜਟ ਦੇ ਵਿੱਚ $9.3 ਬਿਲੀਅਨ ਦਾ ਵਾਧਾ ਕੀਤਾ ਗਿਆ ਹੈਗਾ। ਅਤੇ ਜੇ ਅਸੀਂ ਡਿਪਾਰਟਮੈਂਟ ਆਫ ਡਿਫੈਂਸ ਨਾਲ ਜਿਹੜੇ ਹੋਰ ਨਿੱਕੇ ਮੋਟੇ ਮਹਿਕਮੇ ਜੁੜੇ ਹੋਏ ਹੁੰਦੇ ਨੇਗੇ, ਉਹਨਾਂ ਨੂੰ ਵੀ ਅਸੀਂ ਮਿਲਾ ਲਈਏ ਤਾਂ ਓਵਰਆਲ $14 ਬਿਲੀਅਨ ਸਰਕਾਰ ਵੱਲੋਂ ਹੁਣ ਖਰਚ ਕੀਤੇ ਜਾਣਗੇ, ਜਿਹੜੇ ਡਿਫੈਂਸ ਨਾਲ ਅਸਿੱਧੇ ਤੌਰ 'ਤੇ ਵੀ ਜਿਹੜੇ ਡਿਪਾਰਟਮੈਂਟਸ ਜੁੜੇ ਹੋਏ ਨੇਗੇ। ਤਾਂ ਇਸ ਨਾਲ ਜੋ ਨੇਟੋ ਦਾ ਵਾਅਦਾ ਹੈ, ਕਮਿਟਮੈਂਟ ਹੈ ਸਾਰੇ ਨੇਸ਼ਨਸ ਦੀ 2% ਆਪਣੀ GDP ਦਾ ਖਰਚਾ ਕਰਨਾ, ਉਹ ਫੁੱਲਫਿਲ ਕਰ ਰਿਹਾ ਕੈਨੇਡਾ। ਅਤੇ 6 ਸਾਲ ਦੇ ਵਿੱਚ ਨਹੀਂ ਉਹਨਾਂ ਨੇ ਕਿਹਾ ਵੀ ਅਸੀਂ ਅਗਲੇ ਸਾਲ 'ਚ ਹੀ ਕਰ ਦੇਣਾ ਇਹ। ਅਤੇ ਅਜਿਹਾ ਇਸ ਕਰਕੇ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਨੇਟੋ ਲੀਡਰ ਸਮਿਟ ਹੋ ਰਿਹਾ ਜੀ ਜੂਨ ਦੇ ਐਂਡ ਦੇ ਵਿੱਚ, ਅਤੇ ਉੱਥੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੀ ਜਾਣਗੇ ਅਤੇ ਉੱਥੇ ਚਰਚਾ ਹੋਣੀ ਹੈ। ਆਲਰੇਡੀ ਜਿਹੜੀ 2% ਤੱਕ ਜਿਹੜੇ ਨੇਸ਼ਨਸ ਨਹੀਂ ਕਰ ਸਕ ਰਹੇ ਜਾਂ ਪਾ ਰਹੇ ਡਿਊ ਟੂ ਡਿਫਰੈਂਟ ਰੀਜ਼ਨਸ ਜਾਂ ਇੰਟਰਸਟਿਡ ਨਹੀਂ ਹੈਗੇ, ਉੱਥੇ ਹੁਣ ਇਹ ਗੱਲ ਆਉਣੀ ਹੈ ਸਾਹਮਣੇ ਕਿ 3.5% ਤੱਕ ਆਪਣੀ GDP ਜੋ ਹੈ ਤੁਸੀਂ ਡਿਫੈਂਸ ਵਾਸਤੇ ਵਰਤੋ, ਡਿਫੈਂਸ ਸਪੈਂਡਿੰਗ ਕਰੋ, ਮਤਲਬ ਕਿ 2% ਤੋਂ ਵਧਾ ਕੇ 3.5%। ਡੋਨਲਡ ਟਰੰਪ ਕਹਿੰਦੇ ਆ ਵੀ 5% ਤੱਕ ਲੈ ਕੇ ਜਾਓ, ਤਾਂ ਬਹੁਤ ਸਾਰੀਆਂ ਕੰਟਰੀਜ਼ ਤਾਂ ਉਹਨਾਂ ਨੂੰ ਖੁਸ਼ ਕਰਨ ਦੇ ਲਈ 5% ਤੱਕ ਵੀ ਸਪੈਂਡ ਕਰਨ ਨੂੰ ਤਿਆਰ ਨੇ। ਬਟ ਇਸ ਸਭ ਦੇ ਸਾਰੇ ਐਲਾਨਾਂ ਦੇ ਵਿੱਚ ਜੋ ਇੱਕ ਅਹਿਮ ਗੱਲ ਇਹ ਹੈ ਕਿ ਇਹ ਜਿਹੜਾ ਸਾਰਾ ਪੈਸਾ ਐਲਾਨ ਕੀਤਾ ਹੈਗਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ, ਇਹ ਸਿਰਫ ਓਪਰੇਸ਼ਨਲ ਕਾਸਟ ਦੇ ਵਿੱਚ ਜਾ ਰਿਹਾ ਹੈਗਾ। ਜੋ ਉਹਨਾਂ ਨੇ ਇਲੈਕਸ਼ਨ ਕੈਂਪੇਨ ਦੌਰਾਨ ਵਾਅਦਾ ਕੀਤਾ ਸੀ ਕਿ ਮੈਂ ਕੈਪੀਟਲ ਸਪੈਂਡਿੰਗ ਵੀ ਕਰੂੰਗਾ, ਵੀ ਨਵੀਆਂ ਇਕਵਿਪਮੈਂਟ ਵੀ ਲਵਾਂਗੇ, ਨਵੇਂ ਹਥਿਆਰ ਵੀ ਲਵਾਂਗੇ, ਡਰੋਨਸ ਵੀ ਲਵਾਂਗੇ, ਹੈ ਨਾ, ਸਬਮਰੀਨਸ ਬਣਾਵਾਂਗੇ, ਉਹਦੇ ਬਾਰੇ ਹਜੇ ਕੋਈ ਇਹਨਾਂ ਨੇ ਇਸ ਐਲਾਨ ਦੇ ਵਿੱਚ ਕੁਛ ਵੀ ਗੱਲ ਨਹੀਂ ਆਖੀ ਹੈਗੀ ਹੈ। ਅਤੇ ਸਭ ਤੋਂ ਵੱਡੀ ਗੱਲ ਕਿ ਪੈਸਾ ਆਊਗਾ ਕਿੱਥੋਂ, ਅਕਾਊਂਟਿੰਗ ਬਾਰੇ ਕੁਛ ਨਹੀਂ ਦੱਸਿਆ। ਜੇ ਇਹ ਤਾਂ ਕਾਮਨ ਸੈਂਸ ਵਾਲੀ ਗੱਲ ਹੈ, ਜੇ ਇੱਕ ਡਿਪਾਰਟਮੈਂਟ ਦਾ ਬਜਟ ਵਧਾਇਆ ਗਿਆ ਤਾਂ ਕਿੱਥੋਂ ਤਾਂ ਘਟਾਉਣਾ ਪੈਣਾ, ਉਹ ਕਿੱਥੋਂ ਘਟੂਗਾ। ਅਤੇ ਇਹ ਜਿਹੜਾ ਸਾਰਾ ਮਨੀ ਆਉਣਾ ਕਿ ਇਹ ਟੈਕਸ ਪੇਅਰਸ ਤੋਂ ਆਉਣਾ, ਬਟ ਟੈਕਸ ਪੇਅਰਸ ਦੇ ਉੱਤੇ ਉਹਨਾਂ ਨੇ ਆਲਰੇਡੀ ਕਿਹਾ ਵੀ ਮੈਂ ਤਾਂ ਐਗਜ਼ੈਂਪਸ਼ਨ ਦਊਂਗਾ, ਫਰੀ ਕਰੂੰਗਾ, ਰਾਈਟ। ਮਿਡਲ ਕਲਾਸ ਨੂੰ ਟੈਕਸ ਕੱਟਸ ਲਾਉਣਗੇ ਉਹ, ਰਾਈਟ। ਉਹ ਕਿਵੇਂ ਇਹ ਗੱਲਬਾਤ ਬਣਨੀ ਹੈ ਉਹਦੇ ਉੱਤੇ ਹਜੇ ਕੋਈ ਕਲੈਰਿਟੀ ਨਹੀਂ ਹੈ। ਓਵਰਆਲ ਸਾਡਾ ਜਿਹੜਾ ਬਜਟ ਹੈ ਕੈਨੇਡਾ ਦਾ ਉਹ $490 ਬਿਲੀਅਨ ਦਾ ਹੈ, ਅਤੇ ਉਹਦੇ ਵਿੱਚੋਂ ਮੈਜੋਰਿਟੀ ਜਿਹੜਾ ਹੈ ਵੱਜਵਾਂ ਬਜਟ ਹੈਗਾ ਵੀ ਇੱਥੇ ਇੰਨੇ ਪੈਸੇ ਜਾਣੇ, ਇੱਥੇ ਇੰਨੇ ਪੈਸੇ ਜਾਣੇ ਹੈਗੇ। ਸੋ ਦੇਖਦੇ ਹਾਂ ਵੀ ਇਹ ਪੈਸਾ ਕਿੱਥੋਂ ਆਊਗਾ, ਕਿਵੇਂ ਇਹ ਅਰੇਂਜ ਕਰਨਗੇ, ਮੈਨੇਜ ਕਰਨਗੇ। ਬਟ ਇੱਕ ਗੱਲ ਹੋਰ ਵੀ ਜੋ ਉਹਨਾਂ ਦੀ ਸਾਰੇ ਸਪੀਚ ਦੇ ਵਿੱਚੋਂ ਸਾਹਮਣੇ ਆਈ ਹੈਗੀ ਹੈ ਵੀ ਸਾਡੀ ਜੋ ਡਿਫੈਂਸ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ, ਇਕਵਿਪਮੈਂਟਸ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ। ਸਾਡੇ ਕੋਲ 4 ਸਬਮਰੀਨਸ ਨੇ, ਉਹਨਾਂ ਵਿੱਚੋਂ ਸਿਰਫ ਇੱਕ ਹੀ ਜੋ ਕੱਲ੍ਹ ਉਹਨਾਂ ਨੇ ਮੈਂਸ਼ਨ ਕੀਤਾ ਉਸਦੇ ਅਕੋਰਡਿੰਗ, ਉਸਦਾ ਹਵਾਲਾ ਦੇ ਕੇ ਮੈਂ ਗੱਲ ਕਰ ਰਿਹਾ ਗਾ, ਇੱਕ ਹੀ ਸੀ ਵਰਦੀ ਹੈ, ਮਤਲਬ ਕਿ ਜਿਹੜੀ ਚਲਾਈ ਜਾ ਸਕਦੀ ਹੈ ਪ੍ਰੋਪਰਲੀ ਗਸ਼ਤਾਂ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ। ਬਟ ਬਾਕੀ ਦੀਆਂ ਰਿਪੇਅਰ ਮੰਗਦੀਆਂ ਨੇ, ਅਪਗ੍ਰੇਡੇਸ਼ਨ ਮੰਗਦੀਆਂ ਨੇ। ਅਤੇ ਜਿਹੜੇ ਸਾਡੇ ਮਿਲਟਰੀ ਲੈਂਡ ਵਹੀਕਲਸ ਨੇ, ਜ਼ਮੀਨ 'ਤੇ ਚੱਲਣ ਵਾਲੇ ਸਾਡੇ ਜਿੰਨੇ ਵੀ ਮਿਲਟਰੀ ਇਕੁਇਪਮੈਂਟ ਹੈਗੀ ਹੈ, ਵਹੀਕਲਸ ਨੇ, ਉਹਦੇ ਵਿੱਚੋਂ ਅੱਧੇ ਤਾਂ ਓਪਰੇਸ਼ਨਲ ਨਹੀਂ ਹੈਗੇ, ਉਹ ਚਲਾਏ ਨਹੀਂ ਜਾ ਸਕਦੇ, ਉਹ ਵਰਤੇ ਨਹੀਂ ਜਾ ਸਕਦੇ ਹੈਗੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਵੀ ਹਜੇ ਤੱਕ ਅਸੀਂ ਸਾਰੀਆਂ ਗੱਲਾਂ ਦੇ ਉੱਤੇ ਧਿਆਨ ਕਿਉਂ ਨਹੀਂ ਦਿੱਤਾ, ਵੀ ਇੰਨਾ ਚਿਰ ਇਹ ਲਮਕਦਾ ਕਿਉਂ ਰਿਹਾ। ਜਿੱਥੇ ਦੁਨੀਆ ਇੰਨੀ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਉੱਤੇ
ਕੰਮ ਵੀ ਕਰ ਰਹੀ ਹੈ, ਬਣਾਈ ਬੈਠੀ ਹੈ। ਰੋਜ਼ ਅਸੀਂ ਸੁਣਦੇ ਹਾਂ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਜਾਂ ਜਦੋਂ ਐਸਕਲੇਸ਼ਨ ਹੋਈ ਸੀਗੀ ਮਿਡਲ ਈਸਟ ਦੇ ਵਿੱਚ ਈਰਾਨ ਅਤੇ ਇਜ਼ਰਾਈਲ ਦੀ, ਅਤੇ ਪਿੱਛੇ ਜੇ ਇੰਡੀਆ ਪਾਕਿਸਤਾਨ ਦੇ ਵਿਚਕਾਰ ਵੀ ਕਿੰਨੀਆਂ ਟੈਕਨੋਲੋਜੀਜ਼, ਕਿੰਨਾ ਕੁਛ ਜ਼ਿਕਰ ਹੋ ਰਿਹਾ ਸੀ, ਸਾਹਮਣੇ ਆਉਂਦਾ ਸੀ ਵੀ ਪ੍ਰਸੀਜਨ ਨਾਲ ਤੁਸੀਂ ਅਟੈਕ ਕਰ ਸਕਦੇ ਹੈਗੇ ਹੋ। ਤਾਂ ਇਹ ਸਾਰੀਆਂ ਇਕੁਇਪਮੈਂਟਸ ਕੈਨੇਡਾ ਕੋਲ ਹੈਗੀਆਂ ਨੇ, ਨਹੀਂ ਹੈਗੀਆਂ ਨੇ, ਇਹਦੇ ਬਾਰੇ ਵੀ ਕੋਈ ਕਲੈਰਿਟੀ ਹਜੇ ਹੈ ਨਹੀਂ ਗੀ। ਬਟ ਜਿੰਨਾ ਕੱਲ੍ਹ ਪ੍ਰਾਈਮ ਮਿਨਿਸਟਰ ਦੀ ਸਪੀਚ ਤੋਂ ਅਸੀਂ ਅੰਦਾਜ਼ਾ ਲਾ ਰਹੇ ਹਾਂ ਕਿ ਓਵਰਆਲ ਹਾਲਾਤ ਜਿਹੜੇ ਨੇ ਕੋਈ ਬਾਹਲੇ ਵਧੀਆ ਨਹੀਂ ਹੈਗੇ ਵੈਨ ਇਟ ਕਮਸ ਟੂ ਕੈਨੇਡੀਅਨ ਡਿਫੈਂਸ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਉਹ ਐਲਬਰਟਾ ਵਾਂਗੂ ਓਨਟਾਰੀਓ ਦੇ LCBO ਦੇ ਵਿੱਚ ਅਮਰੀਕੀ ਦਾਰੂ ਨੂੰ ਨਹੀਂ ਲੈ ਕੇ ਆਉਣਗੇ, ਫਿਰ ਤੋਂ ਉਹਨੂੰ ਵਿਕਣ ਵਾਸਤੇ ਮਨਜ਼ੂਰੀ ਨਹੀਂ ਦੇਣਗੇ। ਤਾਂ ਉਹਨਾਂ ਨੇ ਕਿਹਾ ਵੀ ਓਨਟਾਰੀਓ ਦੇ ਠੇਕਿਆਂ 'ਚ ਅਮਰੀਕਨ ਮੇਡ ਦਾਰੂ ਬਿਲਕੁਲ ਨਹੀਂ ਮਿਲੂਗੀ। ਉਹ ਕਹਿੰਦੇ ਵੀ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਡੋਨਲਡ ਟਰੰਪ ਆਪਣੇ ਟੈਰਿਫਸ ਨਹੀਂ ਹਟਾ ਦਿੰਦੇ ਪੂਰੇ ਤੌਰ ਦੇ ਉੱਤੇ ਕੈਨੇਡਾ ਦੇ ਜਿੰਨੇ ਵੀ ਗੁੱਡਸ ਹੈਗੇ ਉਹਨਾਂ 'ਤੇ। ਅਤੇ ਉਹ ਕਹਿੰਦੇ ਵੀ ਦੁਨੀਆ ਦੇ ਵਿੱਚ LCBO ਲਾਰਜੈਸਟ ਪਰਚੇਜ਼ਰ ਹੈ ਦਾਰੂ ਦਾ, ਤਾਂ ਇਹ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਸਾਡੇ ਲਈ ਬਹੁਤ ਵੱਡੀ ਇੱਕ ਸਟਰੈਂਥ ਹੈ, ਐਡਵਾਂਟੇਜ ਹੈ, ਕਿਉਂਕਿ ਸਾਡੇ ਕੋਲ ਇੰਨਾ ਜ਼ਿਆਦਾ ਬਜਟ ਹੈ, ਬਾਇੰਗ ਪਾਵਰ ਹੈ। ਤਾਂ ਕਹਿੰਦੇ ਅਸੀਂ ਇਸ ਪਾਵਰ ਨੂੰ ਆਪਣੀ ਨੂੰ ਯੂਜ਼ ਕਰਾਂਗੇ, ਸਾਡੀ ਲੈਵਰੇਜ ਹੋਈ। ਅਤੇ ਜੇ ਅਸੀਂ US ਮੇਡ ਨਹੀਂ ਲਵਾਂਗੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਸੱਟ ਵੱਜਣੀ ਹੈ। ਤਾਂ ਉਹ ਕਹਿੰਦੇ ਕੈਂਟਕੀ ਤੋਂ ਬਰਬਨ ਆਉਂਦੀ ਸੀਗੀ ਤਾਂ ਉਹ ਅਸੀਂ ਬੰਦ ਕਰ ਦਿੱਤੀ, ਤਾਂ ਉਹਦੇ ਨਾਲ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਜੌਬਸ ਚਲੀਆਂ ਗਈਆਂ ਨੇ। ਕੈਲੀਫੋਰਨੀਆ ਤੋਂ ਅਸੀਂ ਵਾਈਨਸ ਮੰਗਵਾਉਂਦੇ ਸੀਗੇ, ਹੈ ਨਾ, ਵਾਈਨਸ ਉੱਥੇ ਬਾਏ ਕਰਦੇ ਸੀਗੇ, ਤਾਂ ਉੱਥੇ ਵੀ ਕਹਿੰਦੇ ਵੀ ਅਸੀਂ ਜਦੋਂ ਉੱਥੋਂ ਖਰੀਦ ਬੰਦ ਕਰ ਦਿੱਤੀ ਤਾਂ ਉੱਥੇ ਵੀ ਜੌਬਸ ਦੇ ਉੱਤੇ ਵੱਡਾ ਅਸਰ ਪਿਆ ਹੈਗਾ, ਉੱਥੇ ਵੀ ਜੌਬਸ ਗਈਆਂ ਨੇਗੀਆਂ। ਅਤੇ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹੂਸਟਨ ਨੇ ਵੀ ਇਹੀ ਗੱਲ ਆਖੀ ਹੈ ਵੀ ਅਸੀਂ ਜੋ ਹੈ ਬਿਲਕੁਲ ਅਮਰੀਕਨ ਮੇਡ ਦਾਰੂ ਜੋ ਹੈ ਅਲਾਉਡ ਨਹੀਂ ਕਰਾਂਗੇ ਆਪਦੇ ਠੇਕਿਆਂ ਦੇ ਉੱਤੇ। ਅਤੇ ਬੀਅਰ ਦਾ ਇੱਕ ਫਾਇਦਾ ਹੈਗਾ, ਜੋ ਬੀਅਰ ਦੇ ਮਾਹਰ ਨੇ, ਐਕਸਪਰਟਸ ਨੇ, ਐਸੋਸੀਏਸ਼ਨਸ ਬਣੀਆਂ ਹੋਈਆਂ ਨੇ ਕੈਨੇਡਾ ਵਾਈਡ, ਉਹ ਇਹ ਕਹਿੰਦੇ ਵੀ 90% ਕੈਨੇਡੀਅਨ ਮੇਡ ਬੀਅਰ ਹੀ ਪੀਂਦੇ ਨੇ। ਸੋ ਇਟਸ ਅ ਗੁੱਡ ਥਿੰਗ। ਤਾਂ ਉਹਦੇ ਕਹਿੰਦੇ ਵੀ ਬਾਹਲੀ ਸਾਨੂੰ ਚੇਂਜਸ ਕਰਨ ਦੀ ਲੋੜ ਨਹੀਂ ਹੈਗੀ, ਵੀ ਜ਼ਿਆਦਾਤਰ ਕੈਨੇਡੀਅਨ ਪ੍ਰੋਡਕਟ ਹੀ ਕੰਜ਼ਿਊਮ ਕਰਦੇ ਨੇ। ਸੋਮਵਾਰ ਨੂੰ ਮੈਨੀਟੋਬਾ ਦੀ ਸਰਕਾਰ ਨੇ ਟੂਰਿਸਟ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੋਵਿੰਸ ਨਾ ਆਉਣ। ਉਹ ਕਹਿੰਦੇ ਵੀ ਜੇ ਤੁਹਾਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਰਜੈਂਸੀ ਵਰਕ ਹੈਗਾ ਫਿਰ ਹੀ ਤੁਸੀਂ ਪ੍ਰੋਵਿੰਸ ਦੇ ਵਿੱਚ ਆਓ, ਅਦਰਵਾਈਜ਼ ਤੁਸੀਂ ਬਿਲਕੁਲ ਨਾ ਆਓ, ਕਿਉਂਕਿ ਇੱਥੇ ਵੱਡੇ ਪੱਧਰ 'ਤੇ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ ਅਤੇ ਅਸੀਂ ਉਹਨੂੰ ਮੈਨੇਜ ਕਰ ਰਹੇ ਹਾਂ ਅਤੇ ਅਸੀਂ ਜੂਝ ਵੀ ਰਹੇ ਹਾਂ ਉਹਨਾਂ ਨੂੰ ਮੈਨੇਜ ਕਰਦੇ ਹੋਏ। ਤਾਂ ਕਹਿੰਦੇ ਵੀ ਜਿੰਨੇ ਸਾਡੇ ਹੋਟਲ ਰੂਮਸ ਨੇ ਸੂਬੇ ਦੇ ਵਿੱਚ 15,000 ਹੋਟਲ ਰੂਮਸ ਨੇ ਜੀ, ਉਹਨਾਂ ਨੂੰ ਉਹ ਪਹਿਲ ਦੇ ਆਧਾਰ 'ਤੇ ਤਕਰੀਬਨ ਸਾਰਿਆਂ ਨੂੰ ਹੀ ਜਿੰਨੇ ਵੀ ਲੋਕ ਜੰਗਲੀ ਅੱਗਾਂ ਕਰਕੇ ਉੱਜੜ ਰਹੇ ਨੇ, ਜਿੰਨੇ ਵੀ ਨੇਬਰਹੁੱਡਸ ਤਬਾਹ ਹੋ ਗਏ ਨੇ, ਉਹਨਾਂ ਲਈ ਰੱਖ ਰਹੇ ਨੇਗੇ। ਅਤੇ ਜੇ ਹੁਣ ਤੱਕ ਦਾ ਫਿਗਰ ਜੋ ਮੈਨੀਟੋਬਾ ਸਰਕਾਰ ਨੇ ਸਾਂਝਾ ਕੀਤਾ ਉਸ ਅਕੋਰਡਿੰਗ 21,000 ਲੋਕ ਜੋ ਨੇ ਤਕਰੀਬਨ ਉਹ ਉੱਜੜ ਚੁੱਕੇ ਨੇ, ਇਵੈਕਿਊਈਜ਼ ਨੇ, ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਠਹਿਰਾਉਣਾ ਵੀ ਹੈ। ਤਾਂ ਉਹਦੇ ਲਈ ਉਹਨਾਂ ਨੇ ਹੋਟਲਸ ਜਿਹੜੇ ਆ ਉਹ ਬੁੱਕ ਕਰ ਰਹੇ ਨੇਗੇ। ਤਾਂ ਜਿੰਨੇ ਵੀ ਟੂਰਿਸਟ ਉੱਥੇ ਆਲਰੇਡੀ ਹੈਗੇ ਨੇ ਜਾਂ ਪਲਾਨ ਕਰ ਰਹੇ ਨੇ ਉੱਥੇ ਆਉਣ ਦਾ, ਉਹਨਾਂ ਨੂੰ ਕਿਹਾ ਵੀ ਪਲੀਜ਼ ਤੁਸੀਂ ਨਾ ਆਓ ਅਤੇ ਸਾਡੇ ਲਈ ਬਹੁਤ ਜ਼ਿਆਦਾ ਤੁਸੀਂ ਕੰਮ ਫਿਰ ਸੌਖਾ ਕਰ ਦਿਓਗੇ। ਅਤੇ ਇਹਦੇ ਨਾਲ ਗਵਰਨਮੈਂਟ ਨੇ ਓਫੀਸ਼ੀਅਲ ਤੌਰ 'ਤੇ ਕਿਹਾ ਵੀ ਇਹ ਸਭ ਤੋਂ ਵੱਡਾ ਇਵੈਕੂਏਸ਼ਨ ਓਪਰੇਸ਼ਨ ਚੱਲ ਰਿਹਾ ਹੈਗਾ ਸੂਬੇ ਦੇ ਵਿੱਚ। ਸੂਬੇ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਇੰਨਾ ਵੱਡਾ ਇਵੈਕੂਏਸ਼ਨ ਓਪਰੇਸ਼ਨ ਕਦੇ ਨਹੀਂ ਚਲਾਇਆ ਗਿਆ, ਅਤੇ ਸਿਰਫ ਔਰ ਸਿਰਫ ਜੰਗਲੀ ਅੱਗਾਂ ਕਰਕੇ ਹੈ। ਅਤੇ ਉਹ ਕਹਿੰਦੇ ਵੀ ਵਾਈਲਡ ਫਾਇਰ ਸੀਜ਼ਨ ਇਹਨੂੰ ਕਿਹਾ ਜਾ ਰਿਹਾ ਹੁਣ, ਅਤੇ ਇਹ ਚੱਲੂਗਾ ਹੀ, ਕਹਿੰਦੇ ਲਗਾਤਾਰ ਇਹ ਜਾਰੀ ਰਹਿਣਾ ਹੈਗਾ। ਤਾਂ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ, ਖਾਸ ਤੌਰ 'ਤੇ ਟੂਰਿਸਟ ਟਰੈਵਲਰਸ ਨੂੰ, ਸਮਰ ਦਾ ਸੀਜ਼ਨ ਹੈ ਕਿ ਤੁਸੀਂ ਇੱਥੇ ਨਾ ਆਓ। 300 ਦੇ ਕਰੀਬ ਫਾਇਰ ਫਾਈਟਰਸ ਜਿਹੜੇ ਹੈ ਇਸ ਸਮੇਂ ਮੈਨੀਟੋਬਾ ਦੇ ਵਿੱਚ ਅੱਗ ਬੁਝਾ ਰਹੇ ਨੇਗੇ। ਓਵਰਆਲ ਸਾਰੇ ਕੈਨੇਡਾ ਦੇ ਵਿੱਚ ਓਨਟਾਰੀਓ ਤੋਂ ਲੈ ਕੇ BC ਤੱਕ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ, ਅਤੇ 5 ਹਫ਼ਤਿਆਂ ਲਈ ਆਸਟ੍ਰੇਲੀਆ ਤੋਂ 96 ਫਾਇਰ ਫਾਈਟਰਸ ਆ ਗਏ ਨੇਗੇ ਜੀ ਕੈਨੇਡਾ ਦੇ ਵਿੱਚ, ਤਾਂ ਜੋ ਉਹ ਹੈਲਪ ਕਰ ਸਕਣ ਇੱਥੇ ਲੋਕਲ ਸਾਡੇ ਕੈਨੇਡੀਅਨ ਫਾਇਰ ਫਾਈਟਰਸ ਦੀ ਅੱਗਾਂ ਬੁਝਾਉਣ ਦੇ ਵਿੱਚ। ਅਤੇ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਨੇ ਇਹ ਸਾਰੀ ਅਰੇਂਜਮੈਂਟ ਕਰਵਾਈ ਹੈਗੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਸਾਡੀਆਂ ਫਰੈਂਡਲੀ ਕੰਟਰੀਜ਼ ਨੇ, ਐਲਾਈਜ਼ ਨੇ, ਉੱਥੋਂ ਵੀ ਜੋ ਹੈ ਫਾਇਰ ਫਾਈਟਰਸ ਆ ਸਕਦੇ ਨੇ। ਫਲੋਰੀਡਾ ਪੈਂਥਰਸ ਨੇ ਗੇਮ 3 ਦੇ ਵਿੱਚ ਐਡਮਿੰਟਨ ਆਇਲਰਸ ਨੂੰ ਹਰਾ ਦਿੱਤਾ ਜੀ। ਅਤੇ ਇਹ ਜਿਹੜੀ ਹਾਰ ਹੈ ਇਹ ਬੜੀ ਕਨਵਿੰਸਿੰਗ
ਤਰੀਕੇ ਨਾਲ ਉਹਨਾਂ ਨੇ ਹਰਾਇਆ ਹੈਗਾ, ਇੱਕ ਤਰ੍ਹਾਂ ਤੋਂ 6-1 ਨਾਲ ਜਿੱਤੀ ਹੈ ਫਲੋਰੀਡਾ ਪੈਂਥਰਸ। ਜਿਹੜਾ ਮੈਚ ਵੀ ਹੈ ਉਹ ਫਲੋਰੀਡਾ ਦੇ ਵਿੱਚ ਹੀ ਖੇਡਿਆ ਜਾ ਰਿਹਾ ਸੀ। ਪਹਿਲੀਆਂ 2 ਗੇਮਸ ਐਡਮਿੰਟਨ ਦੇ ਵਿੱਚ ਹੋਈਆਂ, ਬਾਕੀਆਂ 2 ਹੁਣ ਫਲੋਰੀਡਾ ਦੇ ਵਿੱਚ, ਅਤੇ ਵੀਰਵਾਰ ਨੂੰ ਸਨਰਾਈਜ਼ ਦੇ ਵਿੱਚ ਹੀ ਗੇਮ ਹੋਣੀ ਹੈ ਅਗਲੀ। ਸੋ ਬੈਟਲ ਆਫ 7 ਹੁੰਦਾ ਯੂਜਲੀ, ਅਤੇ ਇਸ ਸਮੇਂ ਜੋ ਓਵਰਆਲ ਲੀਡ ਹੈ ਉਹ 2-1 ਹੈ, ਅਤੇ ਫਲੋਰੀਡਾ ਪੈਂਥਰਸ ਲੀਡ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਬੈਕ ਟੂ ਬੈਕ 2 ਗੇਮਾਂ ਜਿੱਤ ਲਈਆਂ ਨੇ। ਸੋ ਜਿਹੜਾ ਇਹ ਮੁਕਾਬਲਾ ਹੈ ਹੋਰ ਵੀ ਇੰਟਰਸਟਿੰਗ ਹੋ ਗਿਆ ਹੈਗਾ, ਅਤੇ ਬਟ ਆਪਣੇ ਹੋਮ ਗਰਾਊਂਡ ਦੇ ਉੱਤੇ ਉਹ ਪੂਰਾ ਚੜ੍ਹ ਕੇ ਖੇਡੀ ਹੈ ਟੀਮ, ਅਤੇ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਜੋ ਹੈ ਐਡਮਿੰਟਨ ਆਇਲਰਸ ਨੂੰ ਹਰਾਇਆ ਹੈਗਾ। ਤਾਂ ਆਇਲਰਸ ਦੀ ਟੀਮ ਹੁਣ ਮੰਥਨ ਕਰ ਰਹੀ ਹੈ ਅਤੇ ਕੋਸ਼ਿਸ਼ ਕਰੂਗੀ ਕਿ ਉਹ ਜਿਹੜਾ ਹੈ ਵੀਰਵਾਰ ਦੇ ਮੁਕਾਬਲੇ ਦੇ ਵਿੱਚ ਕਮ ਬੈਕ ਕਰ ਸਕਣ। ਅੱਜ ਦੇ ਕਰੰਟ ਅਫੇਅਰਸ ਦੇ ਵਿੱਚ ਇੰਨਾ ਹੀ। You are listening to CKYR 106.7.